अज़रा यरूशलेम ਨੂੰ ਮੁੜਨਾ। ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਪਹਿਲੇ ਵਰੇ ਵਿੱਚ ਯਹੋਵਾ ਨੇ ਫਾਰਸ ਦੇ ਪਾਤਸ਼ਾਹ ਕੋਰਸ਼ ਦਾ ਮਨ ਪ੍ਰੇਰਿਆ ਕਿ ਯਿਰਮੀਆ ਦੇ ਮੂੰਹ ਉਚਰਿਆ ਯਹੋਵਾ ਦਾ ਵਚਨ ਪੂਰਾ ਹੋਵੇ, ਤੇ ਉਹਨੇ ਆਪਣੇ ਸਾਰੇ ਰਾਜ ਵਿੱਚ ਇਹ ਡੌਂਡੀ ਪਿਟਵਾ ਦਿੱਤੀ ਤੇ ਲਿਖਤ ਵਿੱਚ ਵੀ ਦੇ ਦਿੱਤਾ ਵੀ ਫਾਰਸ ਦਾ ਪਾਤਸ਼ਾਹ ਕੋਰਸ਼ ਇਉਂ ਫਰਮਾਉਂਦਾ ਹੈ ਕਿ ਆਕਾਸ਼ਾਂ ਦੇ ਪਰਮੇਸ਼ਵਰ ਯਹੋਵਾ ਨੇ ਧਰਤੀ ਦੇ ਸਰਬੱਤ ਰਾਜ ਮੈਨੂੰ ਦਿੱਤੇ ਹਨ, ਤੇ ਉਸਨੇ ਆਪੇ ਮੈਨੂੰ ਹਦਾਇਤ ਵੀ ਦਿੱਤੀ ਹੈ ਕਿ ਯਰੂਸ਼ਲਮ ਵਿੱਚ ਜੋ ਯਹੂਦਾ ਵਿੱਚ ਹੈ ਉਸ ਦੇ ਲਈ ਇੱਕ ਭਵਨ ਬਣਾ। ਉਸ ਦੀ ਸਾਰੀ ਪ੍ਰਜਾ ਵਿੱਚੋਂ ਤੁਹਾਡੇ ਲਈ ਕੌਣ ਤਿਆਰ ਹੈ? ਉਹਦਾ ਪਰਮੇਸ਼ਵਰ ਉਹਦੇ ਅੰਗ ਸੰਗ ਹੋਵੇ। ਉਹ ਯਹੂਦਾ ਤੇ ਯਰੂਸ਼ਲਮ ਨੂੰ ਜਾਵੇ ਤੇ ਇਸਰਾਇਲ ਦੇ ਪਰਮੇਸ਼ਵਰ ਯਹੋਵਾ ਦਾ ਭਵਨ ਬਣਾਵੇ ਜੋ ਯਰੂਸ਼ਲਮ ਵਿੱਚ ਹੈ। ਉਹੀ ਪਰਮੇਸ਼ਵਰ ਹੈ। ਤੇ ਜੇ ਕੋਈ ਕਿਤੇ ਰਹਿ ਗਿਆ ਹੋਵੇ ਜਿੱਥੇ ਉਹਦੀ ਵਸੋਂ ਹੋਵੇ ਤਾਂ ਉਸਦੇ ਥਾਂ ਲੋਕ ਸੋਨੇ ਚਾਂਦੀ ਤੇ ਮਾਲ ਤੇ ਪਸ਼ੂ ਦੇ ਕੇ ਉਹਦੀ ਸਹਾਇਤਾ ਕਰਨ, ਤੇ ਨਾਲੇ ਉਹ ਪਰਮੇਸ਼ਵਰ ਦੇ ਭਵਨ ਲਈ ਜੋ ਯਰੂਸ਼ਲਮ ਵਿੱਚ ਹੈ ਆਪਣੀ ਖੁਸ਼ੀ ਦੀ ਭੇਟ ਦੇਣ। ਤਦ ਯਹੂਦਾ ਬਿਨਯਾਮੀਨ ਦੇ ਪਿੱਤਰਾਂ ਦੇ ਘਰਾਣਿਆਂ ਦੇ ਮੁਖੀ ਅਤੇ ਜਾਜਕ ਦੇ ਲੇਵੀ ਤੇ ਉਸ ਸਭੇ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ਵਰ ਨੇ ਪ੍ਰੇਰਿਆ ਉੱਠੇ ਵੀ ਜਾ ਕੇ ਯਹੋਵਾ ਦਾ ਭਵਨ ਜੋ ਯਰੂਸ਼ਲਮ ਵਿੱਚ ਹੈ ਸੋ ਬਣਾਉਣ। ਤੇ ਸਭਨਾਂ ਨੇ ਉਹਨਾਂ ਦੇ ਆਲੇ ਦੁਆਲੇ ਜੋ ਸਨ ਖੁਸ਼ੀਆਂ ਨਾਲ ਦਿੱਤੀਆਂ ਹੋਈਆਂ ਭੇਟਾਂ ਨਾਲ ਹੀ ਚਾਂਦੀ ਦੇ ਭਾਂਡਿਆਂ, ਸੋਨੇ ਤੇ ਮਾਲ ਪਸ਼ੂਆਂ ਤੇ ਬਹੁਮੁੱਲੀਆਂ ਵਸਤਾਂ ਨਾਲ ਉਹਨਾਂ ਦੇ ਹੱਥ ਤਕੜੇ ਕਰ ਦਿੱਤੇ। ਕੋਰਸ਼ ਪਾਤਸ਼ਾਹ ਨੇ ਵੀ ਯਹੋਵਾ ਦੇ ਭਵਨ ਨੂੰ ਉਹਨਾਂ ਭਾਂਡਿਆਂ ਨਾਲ ਕਢਵਾਇਆ ਜਿਨ੍ਹਾਂ ਨੂੰ ਨਬੂਕਦਨਸਰ ਯਰੂਸ਼ਲਮ ਤੋਂ ਲੈ ਕੇ ਆਇਆ ਸੀ, ਆਪਣੇ ਦੇਵਤਿਆਂ ਦੇ ਮੰਦਿਰਾਂ ਵਿੱਚ ਰੱਖਿਆ। ਇਉਂ ਉਹਨਾਂ ਨੂੰ ਫਾਰਸ ਦੇ ਪਾਤਸ਼ਾਹ ਕੋਰਸ਼ ਨੇ ਮਿਥਰਦਾਸ਼ ਦਾਤ ਖਜ਼ਾਨਚੀ ਦੇ ਹੱਥੀਂ ਕਢਵਾਇਆ ਤੇ ਗਿਣ ਕੇ ਯਹੂਦਾ ਦੇ ਸਜਾਦੇ ਬੇਸ਼ਸ਼ਰ ਨੂੰ ਦੇ ਦਿੱਤਾ। ਉਹਨਾਂ ਦੀ ਗਿਣਤੀ ਇਹ ਸੀ: ਸੋਨੇ ਦੇ 30 ਸਾਲ, ਚਾਂਦੀ ਦੇ 1000 ਸਾਲ, 29 ਛੁਰੀਆਂ, ਸੋਨੇ ਦੇ 30 ਕਟੋਰਦਾਨ, ਚਾਂਦੀ ਦੇ ਦੂਜੀ ਪ੍ਰਕਾਰ ਦੇ 4 ਬਾਸ, ਕੌਲ ਤੇ ਦਾ ਭਾਂਡੇ 1000, ਸੋਨੇ ਚਾਂਦੀ ਦੇ ਸਾਰੇ ਭਾਂਡੇ 400। ਸ਼ੇਸ਼ ਬਸ਼ਰ ਇਹਨਾਂ ਨੂੰ ਬਾਬਲ ਤੋਂ ਯਰੂਸ਼ਲਮ ਮੋੜਨ ਵਾਲੇ ਬੰਦੂਆਂ ਨਾਲ ਲੈ ਆਇਆ। ਮੁੜਨ ਵਾਲੇ ਦੇ ਨਾਮ ਇਹ ਸੂਬੇ ਦੇ ਉਹ ਲੋਕ ਹਨ ਜਿਹੜੇ ਉਹਨਾਂ ਬੰਦੂਆਂ ਦੀ ਅਸੀਰੀ ਤੋਂ ਜਿਨ੍ਹਾਂ ਨੂੰ ਨਬੂਕਦਨਸਰ ਬਾਬਲ ਦਾ ਪਾਤਸ਼ਾਹ ਨਾਲ ਲੈ ਕੇ ਗਿਆ ਯਹੂਦਾ ਔਰ ਯਰੂਸ਼ਲਮ ਨੂੰ ਹਰ ਇੱਕ ਆਪਣੇ ਸ਼ਹਿਰ ਨੂੰ ਮੋੜਾਇਆ ਜਿਹੜੇ ਜ਼ਰੂਬਾਬਲ ਨਾਲ ਆਏ ਸਨ: ਜੋਸ਼ੂਆ, ਨਹਮਿਆ, ਸਰਾਇਆ, ਰਾਇਲਿਆ, ਮਰਕਦਈ, ਬਿਲਸ਼ਾਨ, ਮਿਸਪਾ, ਬਿਗਵਈ, ਰਹੂਮ, ਬੈਨਾ। ਇਸਰਾਏਲੀ ਪ੍ਰਜਾ ਦੇ ਮਨੁੱਖਾਂ ਦੀ ਗਿਣਤੀ: ਫਰੋਸ਼ ਦੀ ਸੰਤਾਨ 2172, ਸਫਟਿਆ ਦੀ ਸੰਤਾਨ 372, ਆਰਾ ਦੀ ਸੰਤਾਨ 775, ਫਹਿਤ ਮੋਆਬ ਦੀ ਸੰਤਾਨ ਜੋਆਬ ਦੇ ਪੁੱਤਰਾਂ ਵਿੱਚੋਂ 2812, ਏਲਮ ਦੀ ਸੰਤਾਨ 1254, ਜਤੂ ਦੀ ਸੰਤਾਨ 945, ਜ਼ਕਈ ਦੀ ਸੰਤਾਨ 760, ਬਾਨੀ ਦੀ ਸੰਤਾਨ 642, ਬੇਬਾਈ ਦੀ ਸੰਤਾਨ 623, ਅਜ਼ਗਾਦ ਦੀ ਸੰਤਾਨ 1222, ਅਦੋਨਿਕਾਮ ਦੀ ਸੰਤਾਨ 666, ਬਿਗਵਾਈ ਦੀ ਸੰਤਾਨ 2056, ਅਦੀਨ ਦੀ ਸੰਤਾਨ 454, ਅਟੇਰ ਦੀ ਸੰਤਾਨ ਹਿਸਕਿਆ ਲਈ 98, ਬੇਸ਼ਾਈ ਦੀ ਸੰਤਾਨ 323, ਜੋਰਾਹ ਦੀ ਸੰਤਾਨ 112, ਹਸ਼ਮ ਦੀ ਸੰਤਾਨ 223, ਕਿਬਾ ਦੀ ਸੰਤਾਨ 95, ਬੈਤਲਹਮ ਦੀ ਸੰਤਾਨ 123, ਨਟੋਫਾ ਦੇ ਮਨੁੱਖ 56, ਅਨਾਥੋਤ ਦੇ ਮਨੁੱਖ 128, ਅਜਮਾਵਤ ਦੀ ਸੰਤਾਨ 42, ਕਿਰਿਆਤ ਆਰੀਮ, ਕਫੀਰਾ ਤੇ ਬੈਰੋਨ ਦੀ ਸੰਤਾਨ 743, ਰਾਮਾ ਤੇ ਗਾਤਾ ਦੀ ਸੰਤਾਨ 621, ਮਾਸ ਦੇ ਮਨੁੱਖ 122, ਬਥੇਲ ਤੇ ਆਈ ਦੇ ਮਨੁੱਖ 223, ਨਬੋ ਦੀ ਸੰਤਾਨ 52, ਮਕਬੀਸ਼ ਦੀ ਸੰਤਾਨ 156, ਦੂਜੇ ਇਲਾਮ ਦੀ ਸੰਤਾਨ 1254, ਹਰੀਮ ਦੀ ਸੰਤਾਨ 320, ਲੋਦ, ਹਦੀਦ ਅਤੇ ਓਨ ਦੀ ਸੰਤਾਨ 725, ਜ਼ਰੇਹੋ ਦੀ ਸੰਤਾਨ 345, ਸਨਾਹਾ ਦੀ ਸੰਤਾਨ 3630, ਜਦ ਆਹਿਆ ਦੀ ਸੰਤਾਨ ਜੋ ਯਸ਼ੂਆ ਦੇ ਘਰਾਣੇ ਸਨ 973, ਇਮੇਰ ਦੀ ਸੰਤਾਨ 1052, ਪਸ਼ੂਰ ਦੀ ਸੰਤਾਨ 1247, ਗਰੀਮ ਦੀ ਸੰਤਾਨ 1017, ਲੇਵੀ ਯਸ਼ੂਆ ਤੇ ਕਦਮੀਏਲ ਦੀ ਸੰਤਾਨ ਜੋ
होदविया दी संतान दे सन 74। गवैये असाफ दी संतान 128। दरबाना दी संतान शलूम दी संतान अटेर दी संतान टलमोन दी संतान अकूब दी संतान हटीटा दी संतान सोबई दी संतान सारे 139। नथिनीम सिहा दी संतान हसूफा दी संतान टिबोत दी संतान केरोत दी संतान सियाह दी संतान पदोन दी संतान लब नह दी संतान हगबा दी संतान अकूब दी संतान हगाब दी संतान शमलई दी संतान हनान दी संतान गिदेल दी संतान गहर दी संतान रा दी संतान रसीन दी संतान नकोदा दी संतान गजाम दी संतान उजा दी संतान पसया दी संतान बिसाई दी संतान असना दी संतान मौनीम दी संतान नफुसीम दी संतान भूख दी संतान हकूफा दी संतान हरहूर दी संतान पसलूद दी संतान महिदा दी संतान हर्षा दी संतान बरकोस दी संतान सीसरा दी संतान थामा दी संतान नसी दी संतान हटीफा दी संतान सुलेमान दे टहलुआ दी संतान सोटई दी संतान सोफर दी संतान परूदा दी संतान चमला दी संतान दरकोन दी संतान गिदेल दी संतान शफ्टिया दी संतान हिटील दी संतान पोखरत हस्पाइम दी संतान आमी दी संतान सारे नथीनीम सुलेमान दे टहलुआ दी संतान 392 सन। ते ਇਹ ਉਹ ਸਨ ਜਿਹੜੇ ਤੇਲ ਫਰਸਾ ਕਰੂਥ ਅਦਾਨ ਇਮੇਰ ਦੇ ਉਤਾਹਾਂ ਗਏ ਤੇ ਉਹ ਆਪਣੇ ਪਿਤਰਾਂ ਦੇ ਘਰਾਣੇ ਤੇ ਆਪਣੀ ਨਸਲ ਨੂੰ ਨਾ ਦੱਸ ਸਕੇ ਕਿ ਉਹ ਇਸਰਾਇਲ ਦੇ ਹਨ ਕਿ ਨਹੀਂ। ਦਲਾਇਆ ਦੀ ਸੰਤਾਨ ਟੋਬੀਆ ਦੀ ਸੰਤਾਨ ਨਕੋਦਾ ਦੀ ਸੰਤਾਨ 652 ਜਾਜਕਾਂ ਦੀ ਸੰਤਾਨ ਹਬਿਆ ਦੀ ਸੰਤਾਨ ਹਕੋਸ ਦੀ ਸੰਤਾਨ ਬਰਜ਼ਿਲੀ ਦੀ ਸੰਤਾਨ ਜਿਸਨੇ ਗਲਿਆਦੀ ਬਰਜ਼ਿਲੀ ਦੀਆਂ ਧੀਆਂ ਵਿੱਚੋਂ ਇੱਕ ਪਤਨੀ ਲਈ ਅਤੇ ਉਹਨਾਂ ਦੇ ਨਾਂ ਉੱਤੇ ਸੱਦਿਆ ਗਿਆ। ਇਹਨਾਂ ਨੇ ਆਪਣੇ ਲਿਖਤਾਂ ਨੂੰ ਵੰਸੌਲੀਆਂ ਵਾਲਿਆਂ ਵਿੱਚੋਂ ਭਾਲਿਆ ਪਰ ਜਦ ਉਹਨਾਂ ਨੂੰ ਨਾ ਮਿਲਿਆ ਤਾਂ ਅਸ਼ੁੱਧ ਠਹਿਰ ਕੇ ਜਾਜਕਾਈ ਵਿੱਚੋਂ ਕੱਢ ਦਿੱਤੇ ਗਏ ਤੇ ਪ੍ਰਧਾਨ ਨੇ ਆਖਿਆ ਕਿ ਜਦ ਤੱਕ ਕੋਈ ਜਾਜਕ ਉਰੀਮ ਤੇ ਥੁਮੀਮ ਨਾਲ ਖੜਾ ਨਾ ਹੋ ਜਾਏ ਤਦ ਤੱਕ ਉਹ ਅਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਨਾ ਖਾਣ। ਤੇ ਸਾਰੀ ਸਭਾ ਮੰਡਲੀ 42,360 ਸੀ। ਉਹਨਾਂ ਦੇ ਟਹਿਲੂਆਂ ਤੇ ਟਹਿਲਣਾ ਤੋਂ ਬਿਨਾਂ ਜਿਨ੍ਹਾਂ ਦੀ ਗਿਣਤੀ 7,337 ਸੀ ਤੇ ਉਹਨਾਂ ਦੇ ਵਿੱਚੋਂ 100 ਰਾਗਣਾ 200 ਰਾਗਣਾ ਤੇ ਰਾਗੀ ਸਨ। ਉਹਨਾਂ ਦੇ ਘੋੜੇ 736 ਸਨ ਤੇ ਉਹਨਾਂ ਦੀਆਂ ਖੱਚਰਾਂ 245। ਉਹਨਾਂ ਦੇ ਊਠ 435 ਤੇ ਉਹਨਾਂ ਦੇ ਘੋੜੇ 6,720। ਜਦ ਪਿਤਰਾਂ ਦੇ ਘਰਾਣੇ ਦੇ ਮੁਖੀ ਯਰੂਸ਼ਲਮ ਵਿੱਚ ਯਹੋਵਾ ਦੇ ਭਵਨ ਵਿੱਚ ਆਏ ਤਦ ਕਈਆਂ ਨੇ ਯਹੋਵਾ ਦੇ ਭਵਨ ਲਈ ਖੁਸ਼ੀ ਨਾਲ ਦਾਨ ਦਿੱਤੇ ਤਾਂ ਆਪਣੇ ਥਾਂ ਤੇ ਖੜਾ ਕੀਤਾ ਗਿਆ ਵੇ। ਤੇ ਉਹਨਾਂ ਨੇ ਵਿੱਤ ਅਨੁਸਾਰ ਕੰਮ ਦੇ ਖਜ਼ਾਨੇ ਵਿੱਚ 61,000 ਸੋਨੇ ਦੇ ਦਾਰਕ ਤੇ 5,000 ਮਣਾ ਚਾਂਦੀ ਤੇ 100 ਜਾਜਕਾਂ ਦੇ ਚੋਗੇ ਦਿੱਤੇ। ਸੋ ਜਾਜਕ ਤੇ ਲੇਵੀ ਪ੍ਰਜਾ ਵਿੱਚੋਂ ਕੁਝ ਤੇ ਗਵਈਏ ਦਰਬਾਨ ਨਥੀਨੀਮ ਆਪਣੇ ਸ਼ਹਿਰਾਂ ਵਿੱਚ ਤੇ ਸਾਰੇ ਇਸਰਾਇਲੀ ਤੇ ਆਪਣੇ ਸ਼ਹਿਰਾਂ ਵਿੱਚ ਵਸੇ। ਯਰੂਸ਼ਲਮ ਵਿੱਚ ਫੇਰ ਉਪਾਸਨਾ ਚੈਪਟਰ 3। ਜਦੋਂ 7ਵਾਂ ਮਹੀਨਾ ਆਇਆ ਤੇ ਇਸਰਾਇਲੀ ਨਗਰੀ ਵਸ ਗਿਆ ਤਾਂ ਲੋਕ ਇੱਕ ਤਨ ਹੋ ਕੇ ਯਰੂਸ਼ਲਮ ਵਿੱਚ ਇਕੱਠੇ ਹੋਏ। ਤਦ ਯੇਸ਼ੂਆ ਜੋ ਸਾਦਾਕ ਦਾ ਪੁੱਤਰ ਉਹ ਔਰ ਉਸਦੇ ਭਰਾ ਜਾਜਕ ਅਤੇ ਸ਼ਲਤੀਏਲ ਦਾ ਪੁੱਤਰ ਜ਼ਰੂਬਾਬਲ ਤੇ ਉਹਦੇ ਭਰਾ ਉੱਠ ਖਲੋਤੇ ਤੇ ਇਸਰਾਇਲ ਦੇ ਪਰਮੇਸ਼ਰ ਦੀ ਜਗਵੇਦੀ ਨੂੰ ਬਣਾਇਆ ਤਾਂ ਜੋ ਉਹਦੇ ਉੱਤੇ ਹੋਮ ਬਲੀਆਂ ਚੜਾਉਣ। ਪਰਮੇਸ਼ਰ ਦੇ ਮਰਦ ਮੂਸਾ ਦੀ ਵਿਵਸਥਾ ਵਿੱਚ ਵੀ ਲਿਖਿਆ ਸੀ। ਸੋ ਉਹਨਾਂ ਨੇ ਜਗਵੇਦੀ ਨੂੰ ਉਸਦੇ ਥਾਂ ਟਿਕਾਇਆ ਕਿਉਂਕਿ ਉਹਨਾਂ ਨੂੰ ਦੇਸ਼ ਦੀਆਂ ਲੋਕਾਂ ਦਾ ਡਰ ਸੀ ਤੇ ਉਸ ਤੇ ਜੋ ਵਾਲੀ ਹੋਮ ਬਲੀਆਂ ਅਰਥਾਤ ਸਵੇਰ ਅਤੇ ਸਾਂਝ ਦੀਆਂ ਹੋਮ ਬਲੀਆਂ ਚੜਾਉਣ ਲੱਗੇ ਤੇ ਉਹਨਾਂ ਨੇ ਲਿਖੇ ਅਨੁਸਾਰ ਡੇਰਿਆਂ ਦਾ ਪਰਬ ਮਨਾਇਆ ਤੇ ਹੋਮ ਦੀਆਂ ਬਲੀਆਂ ਗਿਣ ਕੇ ਹੁਕਮਨਾਮੇ ਅਨੁਸਾਰ ਹਰ ਦਿਨ ਦੀ ਰੀਤ ਮੁਤਾਬਕ ਚੜਾਈਆਂ। ਉਸ ਦੇ ਪਿੱਛੋਂ ਸਦਾ ਦੀ ਹੋਮ ਬਲੀ ਤੇ ਮੱਸਿਆ ਅਤੇ ਯਹੋਵਾ ਦੇ ਸਭਨਾਂ ਠਹਿਰਾਇਆ ਹੋਇਆ ਪਰਬਾਂ ਤੇ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦੀਆਂ ਭੇਟਾਂ ਚੜਾਈਆਂ। ਅਤੇ ਜਦੋਂ ਖੁਸ਼ੀ ਨਾਲ ਯਹੋਵਾ ਨੂੰ ਜਿਹੜਾ ਵੀ ਕੋਈ ਚੜਾਉਂਦਾ ਸੀ 7ਵੇਂ ਮਹੀਨੇ ਦੇ ਪਹਿਲੇ ਦਿਨ ਯਹੋਵਾ ਨੂੰ ਹੋਮ ਬਲੀ ਚੜਾਉਣ ਲੱਗੇ। ਯਹੋਵਾ ਦੀ ਹੈਕਲ ਦੀ ਨੀਂਹ ਅਜੇ ਰੱਖੀ ਨਹੀਂ ਸੀਗੀ ਤੇ ਉਹਨਾਂ ਰਾਜਾਂ ਤੇ ਤਰਖਾਣਾਂ ਨੂੰ ਰੁਪਇਆ ਦਿੱਤਾ ਗਿਆ। ਸਿਦੋਨੀਆ ਤੇ ਸੂਰੀਆ ਤੇ ਖਾਣਾ ਪੀਣਾ ਤੇ ਤੇਲ ਦਿੱਤਾ ਗਿਆ। ਉਹ ਫਾਰਸ ਦੇ ਪਾਤਸ਼ਾਹ ਕੋਰਸ਼ ਤੇ ਉਹਨਾਂ ਨੂੰ ਦਿੱਤੇ ਪਰਵਾਨੇ ਅਨੁਸਾਰ ਲਬਨਾਨ ਤੋਂ ਲਿਆਂਦੀ ਲੱਕੜੀ ਸਮੁੰਦਰ ਦੇ ਰਾਹ ਯਾਫਾ ਨੂੰ ਲਿਆਉਣ ਲੱਗੇ ਤੇ ਉਹਨਾਂ ਨੇ ਜੋ ਪਰਮੇਸ਼ਰ ਦੇ ਭਵਨ ਵਿੱਚ ਜੋ ਯਰੂਸ਼ਲਮ ਵਿੱਚ ਹੈ ਆ ਕੇ ਪੁੱਜਣ ਦੇ ਪਿੱਛੋਂ ਦੂਜੇ ਮਹੀਨੇ ਸ਼ਲਤੀਏਲ ਦੇ ਪੁੱਤਰ ਜ਼ਰੂਬਾਬਲ ਤੇ ਜੋ ਸਦਾਕ ਦੇ ਪੁੱਤਰ ਯੇਸ਼ੂਆ ਨੇ ਤੇ ਉਹਨਾਂ ਦੇ ਬਾਕੀ ਭਰਾ ਜਾਜਕਾਂ ਨੇ ਲੇਵੀਆਂ ਤੇ ਸਭਨਾਂ ਨੇ ਜੋ ਅਸੀਰੀ ਤੋਂ ਮੁੜ ਕੇ ਯਰੂਸ਼ਲਮ ਨੂੰ ਆਏ ਸਨ ਕੰਮ ਸ਼ੁਰੂ ਕੀਤਾ ਤੇ ਲੇਵੀਆਂ ਨੂੰ ਜੋ 20 ਵਰਿਆਂ ਦੇ ਜਾਂ ਉਸ ਤੋਂ ਉੱਪਰ ਦੇ ਸਨ ਪਰਮੇਸ਼ਰ ਦੇ ਭਵਨ ਦੇ ਕੰਮ ਦੀ ਵੇਖਭਾਲ ਤੇ ਥਾਪਿਆ। ਤਦ ਯੇਸ਼ੂਆ ਨੇ ਉਹਦੇ ਪੁੱਤਰ ਭਰਾ ਤੇ ਕਦਮੀਏਲ ਦੇ ਪੁੱਤਰ ਜਿਹੜੇ ਯਹੂਦਾ ਦੇ ਅੰਸ਼ ਤੋਂ ਸਨ ਮਿਲ ਕੇ ਉੱਠੇ ਵੀ ਪਰਮੇਸ਼ਰ ਦੇ ਭਵਨ ਵਿੱਚ ਕਾਰੀਗਰਾਂ ਦੀ ਦੇਖਭਾਲ ਕਰਨ ਤੇ ਹਿਨਦਾਦ ਦੇ ਪੁੱਤਰ ਤੇ ਭਰਾ ਵੀ ਜਿਹੜੇ ਲੇਵੀ ਸਨ ਉਹਨਾਂ ਦੇ ਨਾਲ ਸਨ। ਜਦੋਂ ਰਾਜਿਆਂ ਨੇ ਯਹੋਵਾ ਦੀ ਹੈਕਲ ਦੀ ਨੀਂਹ ਰੱਖੀ ਤਾਂ ਜਾਜਕ ਆਪਣੇ ਪਸਤਰ ਪਾ ਕੇ ਤੁਰੀਆਂ ਲੈ ਕੇ ਅਸ਼ਾਫ ਦੀ ਬੰਸੀ
ਵੰਸ਼ ਦੇ ਲੇਵੀ ਛਾਣੇ ਲੈ ਕੇ ਖੜੇ ਕੀਤੇ ਹੋਏ ਇਸਰਾਇਲ ਦੇ ਪਾਤਸ਼ਾਹ ਦਾਊਦ ਦੇ ਹੁਕਮ ਅਨੁਸਾਰ ਯਹੋਵਾ ਦੀ ਉਸਤਤ ਕਰਨ ਤੇ ਵਾਰੀ-ਵਾਰੀ ਯਹੋਵਾ ਦੀ ਉਸਤਤ ਤੇ ਧੰਨਵਾਦ ਗਾ ਕੇ ਆਖਣ ਲੱਗੇ ਕਿ ਭਲਾ ਹੈ, ਉਹਦੀ ਦਇਆ ਇਸਰਾਇਲ ਦੇ ਉੱਤੇ ਸਦੀਪ ਕਾਲ ਹੈ। ਯਹੋਵਾ ਦੀ ਉਸਤਤ ਕਰਦਿਆਂ ਸਾਰੇ ਲੋਕਾਂ ਨੇ ਉੱਚੀ ਦਿੱਤੀ ਲਲਕਾਰਿਆ ਕਿ ਇਸ ਲਈ ਯਹੋਵਾ ਦੇ ਭਵਨ ਦੀ ਨੀਂਹ ਧਰੀ ਗਈ ਸੀ ਵੀ ਜਾਜਕਾਂ ਤੇ ਲੇਵੀਆਂ ਤੇ ਪਿਤਰਾਂ ਦੇ ਘਰਾਣੇ ਤੇ ਮੁਖੀਆਂ ਵਿੱਚੋਂ ਬਹੁਤ ਸਾਰੇ ਬੁੱਢੇ ਲੋਕ ਜਿਨ੍ਹਾਂ ਨੇ ਪਹਿਲੇ ਭਵਨ ਨੂੰ ਵੇਖਿਆ ਸੀ, ਜਿਸ ਵੇਲੇ ਭਵਨ ਦੀ ਨੀਂਹ ਉਹਨਾਂ ਦੀਆਂ ਅੱਖੀਆਂ ਦੇ ਸਾਹਮਣੇ ਧਰੀ ਗਈ ਤੇ ਉੱਚੀ ਰੋਣ ਲੱਗ ਪਏ ਤੇ ਬਥੇਰੇ ਨਿਹਾਲ ਹੋ ਕੇ ਉੱਚੇ ਸ਼ਬਦ ਨਾਲ ਲਲਕਾਰਨ ਲੱਗੇ। ਇੱਥੋਂ ਤੱਕ ਕਿ ਲੋਕ ਆਨੰਦ ਦੀ ਲਲਕਾਰ ਤੇ ਪ੍ਰਜਾ ਦੇ ਰੋਣ ਦੀ ਡੰਡ ਵਿੱਚ ਨਿਖੇੜਾ ਹੀ ਨਾ ਕਰ ਸਕੇ, ਕਿਉਂਕਿ ਲੋਕ ਉੱਚੀ ਲਲਕਾਰਦੇ ਤੇ ਰੌਲਾ ਦੂਰ ਤਾਈਂ ਸੁਣੀਦਾ ਸੀ। ਵੈਰੀ ਕੰਮ ਨੂੰ ਰੋਕਦੇ ਹਨ। ਚੈਪਟਰ 4। ਜਦੋਂ ਯਹੂਦਾ ਅਤੇ ਬਿਨਯਾਮੀਨ ਦੇ ਵਿਰੋਧੀਆਂ ਨੇ ਸੁਣਿਆ ਵੀ ਬੰਧੂਏ ਉਹ ਯਹੋਵਾ ਇਸਰਾਇਲ ਦੇ ਪਰਮੇਸ਼ਰ ਲਈ ਹੈਕਲ ਬਣਾ ਰਹੇ ਹਨ ਤੇ ਜ਼ਰੂਬਾਬਲ ਦੇ ਪਿਤਾ ਦੇ ਘਰਾਣਿਆਂ ਮੁਖੀਆਂ ਨੇ ਕੋਲ ਆ ਕੇ ਕਿਹਾ ਕਿ ਸਾਨੂੰ ਤਾਂ ਬਣਾਉਣ ਦਿਓ, ਕਿਉਂ ਜੋ ਤੁਹਾਡੇ ਵਾਂਗੂ ਅਸੀਂ ਵੀ ਪਰਮੇਸ਼ਰ ਦੀ ਖੋਜ ਵਿੱਚ ਹਾਂ। ਅਸੀਂ ਅਸ਼ੂਰ ਦੇ ਰਾਜਾ ਏਸਰਹਦਨ ਦੇ ਇਨ ਦਿਨਾਂ ਤੋਂ ਸਾਨੂੰ ਜੋ ਇੱਥੇ ਲਿਆਇਆ ਉਹਦੇ ਲਈ ਭੇਟਾਂ ਚੜਾਉਂਦੇ ਰਹੇ ਹਾਂ। ਪਰੰਤੂ ਜ਼ਰੂਬਾਬਲ ਦੇ ਯੇਸ਼ੂਆ ਅਤੇ ਇਸਰਾਇਲ ਦੇ ਪਿਤਰਾਂ ਘਰਾਣਿਆਂ ਨੇ ਬਾਕੀ ਮੁਖੀਆਂ ਨੂੰ ਆਖਿਆ, ਤੁਹਾਡਾ ਕੰਮ ਨਹੀਂ ਵੀ ਤੁਸੀਂ ਸਾਡੇ ਨਾਲ ਪਰਮੇਸ਼ਰ ਦੇ ਲਈ ਭਵਨ ਬਣਾਓ, ਸਗੋਂ ਅਸੀਂ ਆਪੇ ਜੋ ਇਸਰਾਇਲ ਦੇ ਪਰਮੇਸ਼ਰ ਲਈ ਉਹਨੂੰ ਬਣਾ ਲਵਾਂਗੇ, ਜਿਵੇਂ ਫਾਰਸ ਦੇ ਪਾਤਸ਼ਾਹ ਕੋਰਸ਼ ਨੇ ਸਾਨੂੰ ਆਗਿਆ ਦਿੱਤੀ ਹੈ। ਤਦ ਦੇਸ਼ ਦੇ ਲੋਕ ਯਹੂਦਾ ਦੀ ਪ੍ਰਜਾ ਦੇ ਹੱਥ ਢਿੱਲੇ ਕਰਨ ਤੇ ਉਹਨਾਂ ਬਣਾਉਣ ਦੇ ਵੇਲੇ ਉਹਨੂੰ ਕਸ਼ਟ ਦੇਣ ਲੱਗੇ। ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਦਿਨਾਂ ਵਿੱਚ ਫਾਰਸ ਦੇ ਪਾਤਸ਼ਾਹ ਦਾਰਾ ਦੇ ਦਰਾਜ ਤਾਈਂ ਉਹਨਾਂ ਦੇ ਮਨੋਰਥ ਨੂੰ ਮਟਾਉਣ ਲਈ ਉਹਨਾਂ ਦੇ ਵਿਰੁੱਧ ਸਲਾਹਕਾਰਾਂ ਨੂੰ ਵੱਢੀ ਦਿੰਦੇ ਰਹੇ ਅਤੇ ਅਹਸ਼ਵੇਰੋਸ਼ ਦੇ ਰਾਜ ਵਿੱਚ ਉਹਨਾਂ ਦੇ ਰਾਜ ਦੇ ਆਰੰਭ ਵਿੱਚ ਹੀ ਉਹਨਾਂ ਨੇ ਯਹੂਦਾ ਤੇ ਯਰੂਸ਼ਲਮ ਦੇ ਵਾਸੀਆਂ ਦੇ ਵਿਰੁੱਧ ਕਈ ਉਜਾਂ ਲਿਖੀਆਂ ਅਤੇ ਅਹਤ ਹਸ਼ਸ਼ਤਾ ਦੇ ਦਿਨੀ ਬਿਸ਼ਲਾਮ, ਮਿਥਰਦਾਸ, ਟਾਬੇਲ ਅਤੇ ਉਹਦੇ ਬਾਕੀ ਸਾਥੀਆਂ ਨੇ ਫਾਰਸ ਦੇ ਪਾਤਸ਼ਾਹ ਅਰਤਹਸ਼ਸ਼ਤਾ ਨੂੰ ਲਿਖਿਆ ਤੇ ਉਹਨਾਂ ਦੀ ਚਿੱਠੀ ਆਰਾਮੀ ਅੱਖਰਾਂ ਤੇ ਆਰਾਮੀ ਬੋਲੀ ਵਿੱਚ ਲਿਖੀ ਹੋਈ ਸੀ। ਰਹੂਮ ਰਾਜ ਮੰਤਰੀ ਤੇ ਸ਼ਿਮਈ ਲਖਾਰੀ ਨੇ ਅਰਤਹਸ਼ਸ਼ਤਾ ਪਾਤਸ਼ਾਹ ਨੂੰ ਯਰੂਸ਼ਲਮ ਦੇ ਵਿਰੁੱਧ ਇੱਕ ਚਿੱਠੀ ਲਿਖੀ। ਤਦ ਰਹੂਮ ਰਾਜ ਮੰਤਰੀ ਤੇ ਸ਼ਿਮਈ ਲਖਾਰੀ ਤੇ ਉਹਨਾਂ ਦੇ ਬਾਕੀ ਸਾਥੀਆਂ ਨੇ ਲਿਖਿਆ। ਅਰਥਾਤ ਉਹਨਾਂ ਨੇ ਜੋ ਦਿਨਾਈ ਅਫਰਸਤ ਖਾਤੀ ਤੇ ਟਰਪਲਾਈ, ਅਫਾਰਸਾਈ, ਅਰਕਵਾਈ, ਬਬਲਾਈ, ਸ਼ੂਸ਼ਨਕਾਈ, ਦਵਾਈ, ਹਿਲਮਾਈ ਸਨ। ਬਾਕੀ ਸਾਰੇ ਉਹਨਾਂ ਉਮਤਾਂ ਨੂੰ ਜਿਨ੍ਹਾਂ ਨੇ ਆਸਪਨਰ ਨੇ ਜੋ ਬੰਨਿਆ ਦੰਨਿਆ ਪੱਤ ਵਾਲਾ ਪਾਰ ਲਿਜਾ ਕੇ ਸਾਮਰੇ ਨਗਰ ਦੇ ਨਦੀ ਦੇ ਉਰਾਰ ਦੇ ਬਾਕੀ ਦੇਸ਼ ਵਿੱਚ ਵਸਾਇਆ ਸੀ। ਉਸ ਚਿੱਠੀ ਦੀ ਨਕਲ ਜੋ ਉਹਨਾਂ ਨੇ ਅਰਤਹਸ਼ਸ਼ਤਾ ਪਾਤਸ਼ਾਹ ਦੀ ਕੋਲ ਘੱਲੀ, ਤੁਹਾਡੇ ਦਾਸ ਲੋਕ ਦਰਿਆਵਾਂ ਪਾਰ ਰਹਿੰਦੇ ਹਨ ਵਗੈਰਾ ਵਗੈਰਾ। ਪਾਤਸ਼ਾਹ ਨੂੰ ਪਤਾ ਹੋਵੇ ਵੀ ਯਹੂਦੀ ਜੋ ਤੁਹਾਡੇ ਕੋਲ ਸਾਡੀ ਯਰੂਸ਼ਲਮ ਵਿੱਚ ਆਏ ਹਨ ਉਹ ਆਕੀ ਤੇ ਕੁਪੱਤੇ ਸ਼ਹਿਰ ਨੂੰ ਬਣਾ ਰਹੇ ਹਨ, ਕੰਧਾਂ ਤੇ ਮੁੱਕਾ ਤੇ ਨੀਹਾਂ ਨੂੰ ਸੁਧਾਰ ਚੁੱਕੇ ਹਨ ਅਤੇ ਪਾਤਸ਼ਾਹ ਨੂੰ ਮਾਲੂਮ ਹੋਵੇ ਵੀ ਜੇ ਕਿਤੇ ਸ਼ਹਿਰ ਬਣ ਗਿਆ, ਕੰਧਾਂ ਨਿਬੜ ਗਈਆਂ, ਉਹ ਕਰ ਤੇ ਚੁੰਗੀ ਤੇ ਮਾਮਲਾ ਨਹੀਂ ਦੇਣਗੇ। ਅੰਤ ਵਿੱਚ ਪਾਤਸ਼ਾਹੀ ਮਾਮਲੇ ਵਿੱਚ ਘਾਟਾ ਪੈ ਜਾਊਗਾ। ਇਸ ਲਈ ਤੂੰ ਪਾਤਸ਼ਾਹ ਦਾ ਅਸੀਂ ਲੂਣ ਖਾਂਦੇ ਤੇ ਅਸੀਂ ਉੱਚਤ ਸਮਝਿਆ ਕਿ ਸਾਡੇ ਸਾਹਮਣੇ ਪਾਤਸ਼ਾਹ ਦਾ ਅਪਮਾਨ ਨਾ ਹੋਵੇ ਤੇ ਅਸੀਂ ਲਿਖ ਕੇ ਪਾਤਸ਼ਾਹ ਨੂੰ ਚਿਤਾਰਿਆ ਹੈ। ਜੋ ਤੁਹਾਡੇ ਪਿਓ ਦਾਦੇ ਇਤਿਹਾਸ ਦੀ ਪੋਥੀ ਵਿੱਚ ਪੜਤਾਲ ਕੀਤੀ ਜਾਵੇ ਤਾਂ ਇਤਿਹਾਸ ਦੀ ਪੋਥੀ ਵਿੱਚ ਮਹਾਰਾਜ ਨੂੰ ਪੱਕਾ ਪਤਾ ਲੱਗ ਜਾਊਗਾ ਕਿ ਇਹ ਸ਼ਹਿਰ ਇੱਕ ਆਕੀ ਸ਼ਹਿਰ ਹੈ ਜੋ ਰਾਜਿਆਂ ਤੇ ਸੂਬਿਆਂ ਦੀ ਹਾਨੀ ਕਰਦਾ ਆ ਰਿਹਾ ਹੈ ਤੇ ਪ੍ਰਾਚੀਨ ਕਾਲ ਤੋਂ ਉਹਦੇ ਵਿੱਚ ਦੰਗੇ ਹੁੰਦੇ ਰਹੇ ਤੇ ਇਸ ਲਈ ਇਸ ਕਰਕੇ ਸ਼ਹਿਰ ਉਜਾੜ ਦਿੱਤਾ ਗਿਆ ਸੀ। ਅਸੀਂ ਪਾਤਸ਼ਾਹ ਨੂੰ ਚਿਤਾਰਦੇ ਹਾਂ ਵੀ ਜੇ ਇਹ ਸ਼ਹਿਰ ਬਣ ਗਿਆ, ਇਸ ਸ਼ਹਿਰ ਦੀਆਂ ਕੰਧਾਂ ਸਾਰੀਆਂ ਜਾਣ ਤਾਂ ਕਿ ਦਰਿਆਓਂ ਪਾਰ ਤੁਹਾਡਾ ਕੋਈ ਹਿੱਸਾ ਨਹੀਂ ਸੀ ਰਹਿਣਾ। ਤਦ ਪਾਤਸ਼ਾਹ ਨੇ ਰਹੂਮ ਰਾਜ ਮੰਤਰੀ ਤੇ ਸ਼ਿਮਸ਼ਈ ਲਖਾਰੀ ਤੇ ਬਾਕੀ ਸਾਰੇ ਸਾਥੀਆਂ ਨੂੰ ਜੋ ਸਾਮਰੇ ਦੇ ਦਰਿਆਓਂ ਪਾਰ ਦੇ ਬਾਕੀ ਦੇਸ਼ ਵਿੱਚ ਰਹਿੰਦੇ ਸਨ ਇੱਕ ਉੱਤਰ ਭੇਜਿਆ ਕਿ ਸਲਾਮ ਵਗੈਰਾ ਵਗੈਰਾ। ਜੋ ਚਿੱਠੀ ਤੁਸੀਂ ਮੈਨੂੰ ਘੱਲੀ ਉਹ ਮੇਰੇ ਸਨਮੁਖ ਸਾਫ਼ ਪੜ੍ਹੀ ਗਈ। ਮੈਂ ਆਗਿਆ ਦਿੱਤੀ ਤੇ ਪੜਤਾਲ ਹੋਈ ਤੇ ਪਤਾ ਲੱਗਾ ਵੀ ਇਸ ਸ਼ਹਿਰ ਨੇ ਪੁਰਾਣੇ ਸਮੇਂ ਤੋਂ ਰਾਜਿਆਂ ਦੇ ਵਿਰੁੱਧ ਕੁਛ ਸਿਰ ਚੁੱਕਿਆ ਹੈ ਤੇ ਉਸਦੇ ਵਿੱਚ ਦੰਗਾ ਫਸਾਦ ਵੀ ਹੁੰਦਾ ਰਿਹਾ ਤੇ ਯਰੂਸ਼ਲਮ ਵਿੱਚ ਬਲਵੰਤ ਰਾਜੇ ਵੀ ਹੋਏ ਨੇ ਜਿਨ੍ਹਾਂ ਨੇ ਦਰਿਆਵਾਂ ਪਾਰ ਦੇ ਸਾਰੇ ਦੇਸ਼ਾਂ ਉੱਤੇ ਰਾਜ ਵੀ ਕੀਤਾ ਤੇ ਚੁੰਗੀ ਤੇ ਮਾਮਲਾ ਵੀ ਉਹਨਾਂ ਨੂੰ ਦਿੱਤਾ ਜਾਂਦਾ ਸੀ। ਹੁਣ ਤੁਸੀਂ ਹੁਕਮ ਕੱਢੋ ਵੀ ਇਹ ਲੋਕ ਕੰਮ ਬੰਦ ਕਰਨ ਅਤੇ ਜਦ ਤੱਕ ਮੇਰੇ ਵੱਲੋਂ ਆਗਿਆ ਨਾ ਨਿਕਲੇ ਇਹ ਸ਼ਹਿਰ ਨਾ ਬਣੇ। ਚੌਕਸ ਹੋਵੇ, ਇਸ ਵਿੱਚ ਢਿੱਲ ਨਾ ਕਰਿਓ। ਰਾਜਿਆਂ ਦੀ ਹਾਨੀ ਲਈ ਬੁਰਾਈ ਕਿਉਂ ਵਧੇ? ਤਾਂ ਜਦੋਂ ਅਰਤਹਸ਼ਸ਼ਤਾ ਪਾਤਸ਼ਾਹ ਦੀ ਚਿੱਠੀ ਦੀ ਨਕਲ ਰਹੂਮ ਔਰ ਸ਼ਿਮਸ਼ਈ ਲਿਖਾਰੀ ਤੇ ਉਹਨਾਂ ਦੇ ਸਾਥੀਆਂ ਦੇ ਸਾਹਮਣੇ ਪੜ੍ਹੀ ਗਈ ਤਾਂ ਛੇਤੀ ਯਹੂਦੀਆਂ ਦੇ ਕੋਲ ਯਰੂਸ਼ਲਮ ਨੂੰ ਗਏ ਤੇ ਬੋਧੋ-ਬੋਧੀ ਧੱਕੇ ਨਾਲ ਉਹਨਾਂ ਨੂੰ ਰੋਕ ਛੱਡਿਆ। ਤਦ ਪਰਮੇਸ਼ਰ ਦੇ ਭਵਨ ਦਾ ਜੋ ਯਰੂਸ਼ਲਮ ਵਿੱਚ ਸੀ ਕੰਮ ਠੱਲਿਆ ਗਿਆ ਤੇ ਫਾਰਸ ਦੇ ਪਾਤਸ਼ਾਹ ਦਾਰਾ ਦੇ ਰਾਜ ਦੂਜੇ ਵਰੇ ਤਾਈਂ ਠੱਲਿਆ ਰਿਹਾ
ਚੈਪਟਰ 5 ਹੈਕਲ ਨੂੰ ਫੇਰ ਬਣਾਉਣਾ। ਤਦ ਇਹ ਨਬੀ ਅਰਥਾਤ ਹੱਗਈ ਨਬੀ ਦੇ ਇਦੋ ਦਾ ਪੁੱਤਰ ਜ਼ਕਰਿਆ ਉਹਨਾਂ ਦੇ ਯਹੂਦੀਆਂ ਦੇ ਅੱਗੇ ਜੋ ਯਹੂਦਾ ਤੇ ਯਰੂਸ਼ਲਮ ਵਿੱਚ ਸਨ ਇਸਰਾਇਲ ਦੇ ਪਰਮੇਸ਼ਰ ਦੇ ਨਾਮ ਤੇ ਗਮ ਵਾਕ ਬੋਲਣ ਲੱਗੇ। ਤਦ ਸ਼ਲਤੀਏਲ ਦਾ ਪੁੱਤਰ ਜ਼ਰੁਬਾਬਲ ਔਰ ਯਸਾਦਾਕ ਦਾ ਪੁੱਤਰ ਯੇਸ਼ੂਆ ਉੱਠੇ ਔਰ ਪਰਮੇਸ਼ਰ ਦੇ ਕਾਰਨ ਭਵਨ ਨੂੰ ਜੋ ਯਰੂਸ਼ਲਮ ਵਿੱਚ ਸੀ ਬਣਾਉਣ ਲੱਗੇ। ਔਰ ਪਰਮੇਸ਼ਰ ਦੇ ਉਹ ਨਬੀ ਉਹਨਾਂ ਦੇ ਨਾਲ ਹੋ ਕੇ ਉਹਨਾਂ ਦੀ ਸਹਾਇਤਾ ਕਰਦੇ ਸਨ। ਉਸੇ ਵੇਲੇ ਦਰਿਆਵਾਂ ਪਾਰ ਦਾ ਹਾਕਮ ਤਖਤ ਨੇ ਸਥਰ ਬੇਸ ਨੇ ਤੇ ਉਹਨਾਂ ਦੇ ਸਾਥੀ ਉਹਨਾਂ ਦੇ ਕੋਲ ਆ ਕੇ ਆਖਣ ਲੱਗੇ ਕਿ ਕਿਹਦੀ ਆਗਿਆ ਨਾਲ ਤੁਸੀਂ ਇਸ ਭਵਨ ਨੂੰ ਬਣਾਉਂਦੇ ਹੋ, ਇਸ ਕੱਦ ਨੂੰ ਨਿਬੇੜਦੇ ਹੋ। ਤੇ ਜਦ ਅਸੀਂ ਇਹਨੂੰ ਇਹੋ ਵੀ ਦੱਸ ਦਿੱਤਾ ਕਿ ਜਿਹੜੇ ਲੋਕ ਇਸ ਮਕਾਨ ਨੂੰ ਬਣਾ ਰਹੇ ਹਨ ਉਹਨਾਂ ਦੇ ਨਾਂ ਕੀ ਹਨ, ਤਾਂ ਪਰਮੇਸ਼ਰ ਦੀ ਨਿਗਾਹ ਯਹੂਦੀ ਬਜ਼ੁਰਗਾਂ ਦੇ ਉੱਤੇ ਸੀ ਤੇ ਉਹਨਾਂ ਨੇ ਉਹਨਾਂ ਨੂੰ ਰੋਕਿਆ ਨਾ ਰੋਕਿਆ। ਤੇ ਇਸ ਗੱਲ ਤਾਈਂ ਜਦੋਂ ਦਾਰਾ ਤਾਈਂ ਪਹੁੰਚੀ ਤੇ ਉਹਨੇ ਉਸ ਦੇ ਵਿਖੇ ਚਿੱਠੀ ਰਾਹੀਂ ਉੱਤਰ ਦਿੱਤਾ। ਉਹਦਾ ਕੋਈ ਫਿਰ ਚਿੱਠੀ ਰਾਹੀਂ ਨਾ ਦੂਸਰਾ ਉੱਤਰ ਨਾ ਆਇਆ। ਤੇ ਚਿੱਠੀ ਦੀ ਨਕਲ ਜੋ ਦਰਿਆਓ ਪਾਰ ਦੇ ਹਾਕਮ ਤਤਨਈ ਅਤੇ ਸਥਰ ਬੋਸਨਈ ਤੇ ਉਹਦੇ ਆਫਰ ਸਕਾਈ ਸਾਥੀਆਂ ਨੇ ਜੋ ਦਰਿਆਵਾਂ ਪਾਰ ਸਨ ਦਾਰਾ ਪਾਤਸ਼ਾਹ ਨੂੰ ਕੱਲੀ ਹੋਈ ਚਿੱਠੀ ਦੇ ਵਿੱਚੋਂ ਲਿਖਿਆ ਸੀ ਕਿ ਦਾਰਾ ਪਾਤਸ਼ਾਹ ਉੱਤੇ ਹਰ ਤਰ੍ਹਾਂ ਸਲਾਮਤੀ ਹੋਵੇ। ਪਾਤਸ਼ਾਹ ਨੂੰ ਮਾਲੂਮ ਹੋ ਵੀ ਅਸੀਂ ਯਹੂਦਾ ਦੇ ਸੂਬੇ ਵਿੱਚ ਮਹਾ ਪਰਮੇਸ਼ਰ ਦੇ ਭਵਨ ਨੂੰ ਗਏ। ਉਹ ਵੱਡੇ ਪੱਥਰਾਂ ਨਾਲ ਬਣ ਰਿਹਾ ਤੇ ਕੰਧਾਂ ਵਿੱਚ ਗੇਲੀਆਂ ਜੜੀਂਦੀਆਂ ਹਨ ਤੇ ਇਹ ਕੰਮ ਬੜੇ ਉਦਮ ਨਾਲ ਹੋ ਰਿਹਾ ਤੇ ਉਹਨਾਂ ਦੇ ਹੱਥੀਂ ਸਫਲਤਾ ਨਾਲ ਚੱਲ ਰਿਹਾ। ਜਦ ਅਸੀਂ ਉਹਨਾਂ ਬਜ਼ੁਰਗਾਂ ਨੂੰ ਪੁੱਛਿਆ ਕਿ ਉਹਨਾਂ ਨੇ ਇਉਂ ਆਖਿਆ ਕਿ ਤੁਸੀਂ ਕਿਸ ਦੀ ਆਗਿਆ ਨਾਲ ਇਸ ਭਵਨ ਨੂੰ ਬਣਾਉਂਦੇ ਹੋ ਤੇ ਕੰਧ ਨੂੰ ਪੂਰਾ ਕਰਦੇ ਹੋ, ਤਾਂ ਅਸੀਂ ਉਹਨਾਂ ਦੇ ਨਾਂ ਵੀ ਪੁੱਛੇ ਤਾਂ ਅਸੀਂ ਉਹਨਾਂ ਦੇ ਨਾਂ ਤੁਹਾਨੂੰ ਲਿਖ ਕੇ ਸਮਾਚਾਰ ਦੇਈਏ ਤੇ ਉਹਨਾਂ ਦੇ ਮੁਖੀ ਕੌਣ ਹਨ। ਤਾਂ ਉਹਨਾਂ ਨੇ ਉੱਤਰ ਦਿੱਤਾ ਵੀ ਅਸੀਂ ਧਰਤੀ ਦੇ ਆਕਾਸ਼ ਦੇ ਪਰਮੇਸ਼ਰ ਦੇ ਦਾਸ ਹਾਂ ਤੇ ਅਸੀਂ ਉਸੇ ਦਾ ਹੀ ਭਵਨ ਬਣਾਉਂਦੇ ਹਾਂ ਜਿਸ ਨੂੰ ਬਣਿਆ ਬਹੁਤ ਵਰੇ ਹੋਏ ਤੇ ਇਸ ਨੂੰ ਇਸਰਾਇਲ ਦੇ ਵੱਡੇ ਪਾਤਸ਼ਾਹ ਨੇ ਬਣਾਇਆ ਤੇ ਪੂਰਾ ਕੀਤਾ ਸੀ। ਤੇ ਹੁਣ ਜਦੋਂ ਪਰੰਤੂ ਸਾਡੇ ਪਿਓ ਦਾਦੇ ਨੇ ਆਕਾਸ਼ ਦੇ ਪਰਮੇਸ਼ਰ ਦੇ ਕ੍ਰੋਧ ਨੂੰ ਭੜਕਾਇਆ ਤਾਂ ਉਹਨੇ ਉਹਨਾਂ ਨੂੰ ਬਾਬਲ ਤੇ ਕਸਦੀ ਪਾਤਸ਼ਾਹ ਨਬੂਕਦਨਸਰ ਦੇ ਹੱਥਾਂ ਵਿੱਚ ਦੇ ਦਿੱਤਾ ਜਿਸ ਨੇ ਇਸ ਭਵਨ ਨੂੰ ਉਜਾੜ ਦਿੱਤਾ ਔਰ ਲੋਕਾਂ ਨੂੰ ਬਾਬਲ ਨੂੰ ਲੈ ਲਿਆ। ਤੇ ਜਦ ਪਰ ਬਾਬਲ ਦੇ ਪਾਤਸ਼ਾਹ ਕੋਰਸ਼ ਪਹਿਲੇ ਵਰੇ ਵਿੱਚ ਉਸੇ ਕੋਰਸ਼ ਪਾਤਸ਼ਾਹ ਨੇ ਆਗਿਆ ਦਿੱਤੀ ਵੀ ਪਰਮੇਸ਼ਰ ਦਾ ਭਵਨ ਬਣਾਇਆ ਜਾਵੇ ਤੇ ਪਰਮੇਸ਼ਰ ਦੇ ਭਵਨ ਤੇ ਸੋਨੇ ਚਾਂਦੀ ਤੇ ਭਾਂਡਿਆਂ ਨੂੰ ਵੀ ਜਿਨ੍ਹਾਂ ਨੂੰ ਨਬੂਕਦਨਸਰ ਯਰੂਸ਼ਲਮ ਦੀ ਹਾਕਮ ਚੋਂ ਕੱਢ ਕੇ ਬਾਬਲ ਦੇ ਮੰਦਿਰ 'ਚ ਲਾਇਆ ਸੀ, ਕੋਰਸ਼ ਪਾਤਸ਼ਾਹ ਨੇ ਬਾਬਲ ਦੇ ਮੰਦਿਰੋਂ ਕੱਢਿਆ ਔਰ ਉਹਨਾਂ ਨੂੰ ਸੇਸ਼ਬਸ਼ਰ ਨਾਮੀ ਇੱਕ ਆਦਮੀ ਨੂੰ ਜਿਸ ਨੂੰ ਉਸਨੇ ਹੱਕ ਬਣਾਇਆ ਸੀ ਸੌਂਪ ਦਿੱਤਾ। ਉਸਨੇ ਆਖਿਆ ਵੀ ਇਹਨਾਂ ਭਾਂਡਿਆਂ ਨੂੰ ਲੈ ਜਾ ਔਰ ਇਹਨਾਂ ਨੂੰ ਯਰੂਸ਼ਲਮ ਦੀ ਹੈਕਲ ਵਿੱਚ ਰੱਖ ਦੇ, ਪਰਮੇਸ਼ਰ ਦਾ ਭਵਨ ਉਹਦੇ ਥਾਂ ਬਣਾਇਆ ਜਾਵੇ। ਤਦ ਉਸੇ ਸ਼ੇਸ਼ਬਸ਼ਰ ਨੇ ਆ ਕੇ ਪਰਮੇਸ਼ਰ ਦੇ ਭਵਨ ਦੀ ਯਰੂਸ਼ਲਮ ਵਿੱਚ ਨਿਊ ਧਰੀ ਅਤੇ ਉਸੇ ਵੇਲੇ ਤੋਂ ਹੁਣ ਤਾਂ ਇਹ ਬਣ ਰਿਹਾ ਔਰ ਜੇ ਪੂਰਾ ਨਹੀਂ ਹੋਇਆ ਇਸ ਲਈ ਜੋ ਹੁਣ ਮਹਾਰਾਜ ਉਚਿਤ ਜਾਣਨ ਤਾਂ ਮਹਾਰਾਜ ਦੇ ਰਾਜ ਭੰਡਾਰ ਵਿੱਚ ਜੋ ਬਾਬਲ ਵਿੱਚ ਪੜਤਾਲ ਕੀਤੀ ਜਾਵੇ ਵੀ ਕੋਰਸ਼ ਪਾਤਸ਼ਾਹ ਨੇ ਪਰਮੇਸ਼ਰ ਦੇ ਭਵਨ ਨੂੰ ਯਰੂਸ਼ਲਮ ਵਿੱਚ ਬਣਾਉਣ ਦੀ ਆਗਿਆ ਦਿੱਤੀ ਸੀ ਜਾਂ ਨਹੀਂ। ਇਸ ਗੱਲ ਵਿੱਚ ਮਹਾਰਾਜ ਆਪਣੀ ਇੱਛਾ ਸਾਡੇ ਤੇ ਪ੍ਰਗਟ ਕਰਨ। ਚੈਪਟਰ 6 ਹੈਕਲ ਦੀ ਚੱਠ। ਤਦ ਦਾਰਾ ਪਾਤਸ਼ਾਹ ਦੀ ਆਗਿਆ ਨਾਲ ਬਾਬਲ ਦੇ ਕਿਤਾਬ ਘਰ ਦੀ ਜਿਸ ਦੇ ਵਿੱਚ ਖਜ਼ਾਨੇ ਸਨ ਪੜਤਾਲ ਕੀਤੀ ਗਈ ਤੇ ਅਹਿਮਥਾ ਵਿੱਚ ਜੋ ਮਹਿਲ ਵਿੱਚ ਮਾਦਈ ਦੇ ਸੂਬੇ ਵਿੱਚ ਇੱਕ ਪੱਤਰੀ ਮਿਲੀ ਜਿਸ ਵਿੱਚ ਆਗਿਆ ਲਿਖੀ ਹੋਈ ਸੀ ਕੋਰਸ਼ ਪਾਤਸ਼ਾਹ ਦੇ ਪਹਿਲੇ ਵਰੇ। ਉਸੇ ਕੋਰਸ਼ ਪਾਤਸ਼ਾਹ ਨੇ ਪਰਮੇਸ਼ਰ ਦੇ ਭਵਨ ਦੇ ਵੇਖੇ ਯਰੂਸ਼ਲਮ ਵਿੱਚ ਆਗਿਆ ਦਿੱਤੀ ਸੀ ਉਹ ਭਵਨ ਉੱਤੇ ਜਿਸੇ ਬਲੀਦਾਨ ਕੀਤੇ ਜਾਂਦੇ ਸਨ ਬਣਾਇਆ ਜਾਵੇ। ਉਸ ਦੀਆਂ ਨੀਹਾਂ ਤਕੜਾਈ ਨਾਲ ਧਰੀਆਂ ਜਾਣ, ਉਹਦੀ ਉਚਾਈ 60 ਹੱਥ ਤੇ ਚੌੜਾਈ 60 ਹੱਥ ਹੋਵੇ, 3 ਰੱਦੇ ਭਾਰੇ ਪੱਥਰਾਂ ਦੇ ਔਰ ਇੱਕ ਰੱਦਾ ਨਵੀਂ ਲੱਕੜੀ ਦਾ ਤੇ ਖਰਚ ਪਾਤਸ਼ਾਹੀ ਮਹਿਲ ਵਿੱਚੋਂ ਦਿੱਤਾ ਜਾਵੇ। ਤੇ ਪਰਮੇਸ਼ਰ ਦੇ ਭਵਨ ਦੇ ਸੋਨੇ ਦੇ ਚਾਂਦੀ ਦੇ ਭਾਂਡੇ ਵੀ ਜਿਨ੍ਹਾਂ ਨੂੰ ਨਬੂਕਦਨਸਰ ਨੇ ਹੈਕਲ ਤੋਂ ਯਰੂਸ਼ਲਮ ਵਿੱਚ ਜੋ ਕੱਢ ਕੇ ਬਾਬਲ ਨੂੰ ਲਿਆਇਆ ਮੋੜ ਦਿੱਤੇ ਜਾਣ ਤੇ ਯਰੂਸ਼ਲਮ ਦੀ ਹੈਕਲ ਵਿੱਚ ਆਪਣੇ ਥਾਂ ਪਹੁੰਚਾ ਜਾਣ। ਤੂੰ ਉਹਨਾਂ ਨੂੰ ਪਰਮੇਸ਼ਰ ਦੀ ਭਵਨ ਵਿੱਚ ਰੱਖ ਦੇ। ਇਸ ਲਈ ਜੇ ਦਰਿਆਓ ਪਾਰ ਦੇ ਹਾਕਮ ਤਤਨਈ ਤੇ ਸਥਰ ਬੋਸਨਈ ਔਰ ਤੁਹਾਡੇ ਅਫਰਸਕਾਈ ਸਾਥੀ ਜੋ ਦਰਿਆਓ ਪਾਰ ਹਨ ਤੁਸੀਂ ਉੱਥੇ ਪਰੇ ਰਹੇ ਪਰਮੇਸ਼ਰ ਦੇ ਭਵਨ ਦੇ ਇਸ ਕੰਮ ਵਿੱਚ ਹੱਥ ਨਾ ਅਡਾਇਓ। ਯਹੂਦੀਆਂ ਦੇ ਕੰਮ ਤੋਂ ਪਰੇ ਰਹੋ। ਯਹੂਦੀਆਂ ਦੇ ਹਾਕਮ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੂੰ ਪਰਮੇਸ਼ਰ ਦਾ ਭਵਨ ਉਹਦੇ ਥਾਂ ਬਣਾ ਲੈਣ ਦਿਓ ਅਤੇ ਪਰਮੇਸ਼ਰ ਦੇ ਇਸ ਭਵਨ ਦੇ ਬਣਾਉਣ ਵਿੱਚ ਤੁਸੀਂ ਯਹੂਦੀ ਬਜ਼ੁਰਗਾਂ ਨਾਲ ਕੀ ਕਰਨਾ ਹੈ। ਸੋ ਇਹ ਮੇਰੀ ਆਗਿਆ ਹੈ ਕਿ ਪਾਤਸ਼ਾਹੀ ਮਾਲ ਵਿੱਚੋਂ ਅਰਥਾਤ ਦਰਿਆ ਪਾਰ ਦੇ ਘਰ ਵਿੱਚੋਂ ਇਹਨਾਂ ਮਨੁੱਖਾਂ ਨੂੰ ਝੱਬ ਦੇ ਖਰਚ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਅਟਕਾ ਨਾ ਪਵੇ ਤੇ ਸੁਰਗੀ ਪਰਮੇਸ਼ਰ ਦੀਆਂ ਹੋਮ ਬਲੀਆਂ ਦੇ ਲਈ ਜਿਹੜੀ ਵਸਤੂ ਪਰਮੇਸ਼ਰ ਦੀ ਉਹਨਾਂ ਨੂੰ ਲੋੜ ਹੋਵੇ, ਵੜੇ ਭੇਡੂ ਲੇਲੇ ਔਰ ਜਿੰਨੀ ਕਣਕ ਤੇ ਲੂਣ ਤੇ ਮੈਂ ਤੇ ਤੇਲ ਉਹ ਜਾਜਕ ਜੋ ਯਰੂਸ਼ਲਮ ਵਿੱਚ ਹਨ ਮੰਗਣ ਉਹ ਨਿਤ ਦੇ ਨਿਤ ਉਹਨਾਂ ਨੂੰ ਜ਼ਰੂਰ ਦਿੱਤਾ ਜਾਵੇ ਤਾਂ ਉਹ ਸੁਰਗ ਦੇ ਪਰਮੇਸ਼ਰ ਦੇ ਸਨਮੁਖ ਸੁਗੰਧਾਂ ਵਾਲੀਆਂ ਭੇਟਾਂ ਬਣਾਉਣ ਤੇ ਪਾਤਸ਼ਾਹ ਦੇ ਰਾਜਕੁਮਾਰ ਦੇ ਜਿਉਣ ਦੇ ਲਈ ਪ੍ਰਾਰਥਨਾਵਾਂ ਕਰਨ। ਤੇ ਇਹ ਆਗਿਆ ਵੀ ਦਿੱਤੀ ਕਿ ਜੋ ਇਸ ਆਗਿਆ ਨੂੰ ਬਦਲ ਦੇਵੇ
ਉਹਦੇ ਹੀ ਘਰ ਵਿੱਚੋਂ ਇੱਕ ਸੀਰੀ ਕੱਢੀ ਜਾਵੇ ਅਤੇ ਖੜੀ ਕੀਤੀ ਜਾਵੇ ਤੇ ਉਸ ਉੱਤੇ ਉਹ ਸੂਲੀ ਦਿੱਤਾ ਜਾਵੇ। ਇਸੇ ਕਾਰਨ ਉਸਦੇ ਘਰ ਨੂੰ ਰੂੜੀ ਦਾ ਢੇਰ ਬਣਾ ਦਿੱਤਾ ਜਾਵੇ ਤੇ ਪਰਮੇਸ਼ਵਰ ਜੀ ਨੇ ਆਪਣਾ ਨਾਂ ਉੱਥੇ ਰੱਖਿਆ ਹੈ। ਸਭ ਰਾਜਿਆਂ ਤੇ ਰਈਅਤਾਂ ਨੂੰ ਢਾਵੇ ਜਿਸ ਇਸ ਆਗਿਆ ਨੂੰ ਬਦਲਣ ਲਈ ਪਰਮੇਸ਼ਵਰ ਦੇ ਇਸ ਭਵਨ ਨੂੰ ਜੋ ਯਰੂਸ਼ਲਮ ਵਿੱਚ ਹੈ ਬਰਬਾਦ ਕਰਨ ਲਈ ਆਪਣਾ ਅਤੇ ਇਸਰਾਏਲ ਦੇ ਮੁਖੀਆਂ ਨੂੰ ਇਕੱਠਾ ਕੀਤਾ ਹੈ, ਆਪਣਾ ਅਤੇ ਦੂਸਰੇ ਸਿਰ ਚੁੱਕਿਆ ਹੈ। ਮੈਂ ਦਾਰਾ ਨੇ ਆਗਿਆ ਦਿੱਤੀ ਤੇ ਛੇਤੀ ਨਾਲ ਇਸ ਦੇ ਉੱਤੇ ਚੱਲਿਆ ਜਾਵੇ। ਤਦ ਦਰਿਆਓਂ ਪਾਰ ਹਾਕਮ ਤਤ ਨਹੀਂ ਸੱਤਰ ਬੋਝ ਨਹੀਂ ਅਤੇ ਉਹਨਾਂ ਦੇ ਸਾਥੀਆਂ ਨੇ ਦਾਰਾ ਪਾਸ਼ਾ ਦੀ ਘੱਲੀ ਹੋਈ ਆਗਿਆ ਅਨੁਸਾਰ ਇਹ ਝੱਬਦੇ ਕੀਤਾ ਤੇ ਯਹੂਦਿਆਂ ਦੇ ਬਜ਼ੁਰਗ ਹੱਗਈ ਅਤੇ ਇਦੋਂ ਦੇ ਪੁੱਤਰ ਜ਼ਕਰਿਆ ਦੇ ਅਗੰਮ ਵਾਕ ਦੇ ਕਾਰਨ ਉਸਾਰੀ ਕਰਦੇ ਰਹੇ ਤੇ ਸਫਲ ਹੁੰਦੇ ਰਹੇ। ਉਹਨਾਂ ਨੇ ਇਸਰਾਏਲ ਦੇ ਪਰਮੇਸ਼ਰ ਦੀ ਆਗਿਆ ਦੇ ਅਨੁਸਾਰ ਕੋਰਸ਼ ਅਤੇ ਦਾਰਾ ਦੇ ਫਾਰਸ਼ ਦੇ ਪਾਸ਼ਾ ਅਹਰ ਤਤਸ਼ਤਾ ਦੀ ਆਗਿਆ ਅਨੁਸਾਰ ਉਹਨੂੰ ਬਣਾ ਕੇ ਨਿਬੇੜ ਲਿਆ ਅਤੇ ਭਵਨ ਅਦਾਰ ਮਹੀਨੇ ਦੇ ਤੀਜੇ ਦਿਨ ਦਾਰਾ ਪਾਸ਼ਾ ਦੇ ਰਾਜ ਦੇ 6ਵੇਂ ਵਰੇ ਪੂਰਾ ਹੋ ਗਿਆ। ਆਸਟ੍ਰੇਲੀਅਨ ਜਾਜਕਾਂ ਲੇਵੀਆਂ ਸੀਰੀ ਤੇ ਵੰਸ਼ ਦੇ ਬਾਕੀ ਲੋਕਾਂ ਨੇ ਆਨੰਦ ਨਾਲ ਪਰਮੇਸ਼ਰ ਦੇ ਭਵਨ ਦੀ ਚੱਟ ਕੀਤੀ ਤੇ ਉਹਨਾਂ ਨੇ ਪਰਮੇਸ਼ਰ ਦੇ ਇਸ ਭਵਨ ਦੀ ਚੱਟ ਦੇ ਵੇਲੇ 100 ਵਿਹੜੇ ਤੇ 200 ਛਤਰੇ ਅਤੇ 400 ਲੇਲੇ ਦੇ ਸਾਰੇ ਇਸਰਾਏਲ ਦੇ ਪਾਪ ਦੀ ਬਲੀ ਲਈ 12 ਬੱਕਰੇ ਇਸਰਾਏਲ ਦੇ ਗੋਤਾਂ ਅਨੁਸਾਰ ਚੜਾਏ ਤੇ ਜਿਵੇਂ ਮੂਸਾ ਦੀ ਪੋਥੀ ਵਿੱਚ ਲਿਖਿਆ ਹੈ ਉਹਨਾਂ ਨੇ ਜਾਜਕਾਂ ਨੂੰ ਉਹਨਾਂ ਦੀਆਂ ਵਾਰੀਆਂ ਉੱਤੇ ਲੇਵੀਆਂ ਨੂੰ ਉਹਨਾਂ ਦੀਆਂ ਵੰਡਾਂ ਅਨੁਸਾਰ ਯਰੂਸ਼ਲਮ ਵਿੱਚ ਪਰਮੇਸ਼ਰ ਦੀ ਸਥਾਪਨਾ ਨਾਲ ਥਾਪਿਆ। ਪਹਿਲੇ ਮਹੀਨੇ ਦੇ 14ਵੇਂ ਦਿਨ ਅਸੀਰੀ ਤੋਂ ਮੁੜਿਆ ਹੋਇਆ ਪਸਾ ਮਨਾਈ ਕਿਉਂ ਜੋ ਜਾਜਕਾਂ ਤੇ ਲੇਵੀਆਂ ਨੇ ਇੱਕੋ ਮਿੱਕ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ। ਉਹ ਸਾਰੇ ਪਵਿੱਤਰ ਸਨ। ਉਹਨਾਂ ਨੇ ਅਸੀਰੀ ਤੋਂ ਸਭਨਾਂ ਮੁੜਿਆ ਹੋਇਆ ਲਈ ਆਪਣੇ ਭਰਾਵਾਂ ਜਾਜਕਾਂ ਦੇ ਲਈ ਆਪਣੇ ਆਪ ਨੂੰ ਪੱਸਾ ਲਈ ਕੱਟਿਆ ਅਤੇ ਆਪਣੇ ਲਈ ਪੱਸੇ ਨੂੰ ਕੱਟਿਆ ਤੇ ਇਸਰਾਏਲ ਤੇ ਅਸੀਰੀ ਤੋਂ ਜੋ ਮੁੜੇ ਸਨ ਉਹਨਾਂ ਸਭਨਾਂ ਨੇ ਯਹੋਵਾ ਇਸਰਾਏਲ ਦੇ ਪਰਮਾਤਮਾ ਦੀ ਭਾਲ ਕਰਨ ਲਈ ਧਰਤੀ ਦੀਆਂ ਪਰਾਈਆਂ ਜਾਤੀਆਂ ਦੀਆਂ ਪਲੀਤੀਆਂ ਤੋਂ ਅੱਡ ਕੀਤਾ ਤੇ ਪੱਸਾ ਖਾਦਾ। ਆਨੰਦ ਨਾਲ 7 ਦਿਨਾਂ ਤਾਈਂ ਪਤੀਰੀ ਰੋਟੀ ਦਾ ਪਰਵ ਮਨਾਇਆ ਕਿਉਂ ਜੋ ਯਹੋਵਾ ਨੇ ਉਹਨਾਂ ਨੂੰ ਪ੍ਰਸੰਨ ਕੀਤਾ ਤੇ ਅਸ਼ੂਰ ਦੇ ਪਾਤਸ਼ਾਹ ਦਾ ਮਨ ਉਹਨਾਂ ਵੱਲ ਫਿਰਿਆ ਤੇ ਉਹ ਪਰਮੇਸ਼ਰ ਇਸਰਾਏਲ ਪਰਮੇਸ਼ਰ ਦਾ ਭਵਨ ਬਣਾਉਣ ਵਿੱਚ ਉਹਨਾਂ ਦੀ ਸਹਾਇਤਾ ਕਰੇ। ਚੈਪਟਰ 7 ਅਜ਼ਰਾ ਲਈ ਯਰੂਸ਼ਲਮ ਵਿੱਚ ਆਉਣ ਦੀ ਆਗਿਆ। ਇਹਨਾਂ ਗੱਲਾਂ ਦੇ ਮਗਰੋਂ ਫਾਰਸ ਦੇ ਬਾਦਸ਼ਾਹ ਅਰਤਹਸ਼ਸ਼ਤਾ ਦੇ ਰਾਜ ਵਿੱਚ ਅਜ਼ਰਾ ਸਰਾਇਆ ਦਾ ਪੁੱਤਰ, ਉਹ ਅਜ਼ਰਿਆ ਦਾ ਪੁੱਤਰ, ਉਹ ਹਿਲਕੀਆ ਦਾ ਪੁੱਤਰ, ਉਹ ਸ਼ਲੂਮ ਦਾ ਪੁੱਤਰ, ਉਹ ਜ਼ਦੋਕ ਦਾ ਪੁੱਤਰ, ਅਹੀਟੂਬ ਦਾ ਪੁੱਤਰ, ਉਹ ਅਮਰਿਆ ਦਾ ਪੁੱਤਰ, ਉਹ ਅਜ਼ਰਿਆ ਦਾ ਪੁੱਤਰ, ਮਰਾਯੋਤ ਦਾ ਪੁੱਤਰ, ਜ਼ਰਜਾ ਦਾ ਪੁੱਤਰ, ਉਹ ਉਜ਼ੀ ਦਾ ਪੁੱਤਰ, ਉਹ ਬੁਕੀ ਦਾ ਪੁੱਤਰ, ਉਹ ਅਬਿਸ਼ੂਆ ਦਾ ਪੁੱਤਰ, ਉਹ ਫੀਨਹਾਸ ਦਾ ਪੁੱਤਰ, ਉਹ ਆਜ਼ਾਰ ਦਾ ਪੁੱਤਰ, ਉਹ ਹਾਰੂਨ ਪ੍ਰਧਾਨ ਜਾਜਕ ਦਾ ਪੁੱਤਰ। ਅਜ਼ਰਾ ਬਾਬਲ ਤੋਂ ਗਿਆ ਤੇ ਉਹਦੀ ਮੂਸਾ ਦੀ ਵਿਵਸਥਾ ਵਿੱਚ ਜੋ ਯਹੋਵਾ ਇਸਰਾਏਲ ਪਰਮੇਸ਼ਰ ਨੇ ਦਿੱਤੀ ਸੀ ਬੜਾ ਗੁਣੀ ਗ੍ਰੰਥੀ ਸੀ ਤੇ ਯਹੋਵਾ ਉਸਦੇ ਪਰਮੇਸ਼ਰ ਦਾ ਹੱਥ ਉਹਦੇ ਉੱਤੇ ਸੀ ਤੇ ਪਰਮੇਸ਼ਰ ਨੇ ਉਹਦੀਆਂ ਸਾਰੀਆਂ ਮੰਗਾਂ ਉਹਨੂੰ ਦਿੱਤੀਆਂ। ਇਸਰਾਏਲੀਆਂ ਤੇ ਜਾਜਕਾਂ ਤੇ ਲੇਵੀਆਂ ਤੇ ਗਵਾਈਆਂ ਤੇ ਦਰਬਾਨਾਂ ਤੇ ਨਥੀਨੀਮੀਆਂ ਵਿੱਚੋਂ ਕੁਝ ਲੋਕ ਅਰਤਹਸ਼ਸ਼ਤਾ ਪਾਤਸ਼ਾਹ ਦੇ 7ਵੇਂ ਵਰੇ ਯਰੂਸ਼ਲਮ ਵਿੱਚ ਆਏ ਅਤੇ ਉਹ ਪਾਤਸ਼ਾਹ ਦੇ 7ਵੇਂ ਵਰੇ ਤੇ 5ਵੇਂ ਮਹੀਨੇ ਯਰੂਸ਼ਲਮ ਵਿੱਚ ਅਪੜਿਆ ਕਿਉਂ ਜੋ ਪਹਿਲੇ ਮਹੀਨੇ ਦੇ ਪਹਿਲੇ ਦਿਨ ਤਾਂ ਉਹ ਬਾਬਲ ਤੁਰਿਆ ਤੇ 5ਵੇਂ ਮਹੀਨੇ ਦੇ ਪਹਿਲੇ ਦਿਨ ਉਹ ਯਰੂਸ਼ਲਮ ਵਿੱਚ ਅਪੜ ਗਿਆ। ਉਹਦੇ ਪਰਮੇਸ਼ਰ ਦੀ ਭਲਾਈ ਦਾ ਹੱਥ ਉਹਦੇ ਉੱਤੇ ਸੀ ਕਿਉਂ ਜੋ ਅਜ਼ਰਾ ਨੇ ਜੋ ਉਹਦੀ ਵਿਵਸਥਾ ਦੀ ਖੋਜ ਕਰਨ ਤੇ ਉਹਦੇ ਉੱਤੇ ਚੱਲਣ ਅਤੇ ਇਸਰਾਏਲ ਨੂੰ ਵਿਧੀਆਂ ਤੋਂ ਨਿਯਮਾਂ ਦੀ ਸਿੱਖਿਆ ਦੇਣ ਉਤੇ ਮਨ ਲਾਇਆ ਸੀ ਅਤੇ ਚਿੱਠੀ ਜੋ ਅਰਤਹਸ਼ਸ਼ਤਾ ਪਾਤਸ਼ਾਹ ਨੇ ਅਜ਼ਰਾ ਜਾਜਕ ਤੇ ਗ੍ਰੰਥੀ ਨੂੰ ਦਿੱਤੀ। ਅਜ਼ਰਾ ਜੋ ਯਹੋਵਾ ਦੀਆਂ ਆਗਿਆ ਦੇ ਵਚਨਾਂ ਦਾ ਔਰ ਇਸਰਾਏਲ ਦੇ ਲਈ ਵਿਧੀਆਂ ਦਾ ਗ੍ਰੰਥੀ ਸੀ ਉਹਦੀ ਨਕਲ ਇਹ ਹੈ। ਅਰਤਹਸ਼ਸ਼ਤਾ ਰਾਜਿਆਂ ਦੇ ਮਹਾਰਾਜਾ ਵੱਲੋਂ ਅਜ਼ਰਾ ਜਾਜਕ ਨੂੰ ਜੋ ਸੁਰਗੀ ਪਰਮੇਸ਼ਰ ਦੀ ਵਿਵਸਥਾ ਦਾ ਪੂਰਾ ਗ੍ਰੰਥੀ ਹੈ ਵਗੈਰਾ। ਮੈਂ ਇਹ ਆਗਿਆ ਦਿੰਦਾ ਹਾਂ ਕਿ ਇਸਰਾਏਲ ਦੇ ਲੋਕ ਜਾਜਕਾਂ ਤੇ ਲੇਵੀ ਮੇਰੇ ਰਾਜ ਵਿੱਚ ਜੋ ਹਨ ਜਿੰਨੇ ਆਪਣੀ ਇੱਛਾ ਨਾਲ ਯਰੂਸ਼ਲਮ ਨੂੰ ਜਾਣਾ ਚਾਹੁੰਦੇ ਹਨ ਤੇਰੇ ਨਾਲ ਜਾਣ। ਤੂੰ ਪਾਤਸ਼ਾਹ ਦੇ 7 ਮੰਤਰੀਆਂ ਵੱਲੋਂ ਜੋ ਘੱਲਿਆ ਜਾਂਦਾ ਹੈ ਅਤੇ ਪਰਮੇਸ਼ਰ ਦੀ ਵਿਵਸਥਾ ਅਨੁਸਾਰ ਜੋ ਤੇਰੇ ਹੱਥ ਵਿੱਚ ਹੈ ਯਹੂਦਾ ਤੇ ਯਰੂਸ਼ਲਮ ਦੇ ਵਿਖੇ ਪੁੱਛਗਿੱਛ ਕਰ ਅਤੇ ਚਾਂਦੀ ਤੇ ਸੋਨਾ ਪਾਤਸ਼ਾਹ ਤੇ ਉਹਦੇ ਮੰਤਰੀਆਂ ਇਸਰਾਏਲ ਦੇ ਪਾਤਸ਼ਾਹ ਨੂੰ ਜਿਹਦਾ ਭਵਨ ਯਰੂਸ਼ਲਮ ਵਿੱਚ ਆਪਣੀ ਖੁਸ਼ੀ ਨਾਲ ਭੇਟ ਕੀਤਾ ਹੈ ਲੈ ਜਾਵੇ। ਨਾਲੇ ਜਿੰਨਾ ਸੋਨਾ ਚਾਂਦੀ ਸੋਨਾ ਬਾਬਲ ਦੇ ਸਾਰੇ ਸੂਬੇ ਵਿੱਚੋਂ ਤੈਨੂੰ ਮਿਲੇਗਾ ਜੋ ਖੁਸ਼ੀ ਦੀ ਭੇਟ ਲੋਕੀ ਜਾਜਕ ਪਰਮੇਸ਼ਰ ਦੇ ਭਵਨ ਜੋ ਯਰੂਸ਼ਲਮ ਵਿੱਚ ਹੈ ਮਨੋਂ ਲਾ ਕੇ ਦੇਣ। ਉਸ ਪੈਸੇ ਨਾਲ ਤੂੰ ਉਦਮ ਕਰ ਵਿਹੜੇ ਛਤਰੇ ਲੇਲੇ ਉਹਨਾਂ ਮੈਦੇ ਦੀਆਂ ਭੇਟਾਂ ਖਾਣ ਪੀਣ ਦੀਆਂ ਸਣੇ ਤੂੰ ਉਹਨਾਂ ਨੂੰ ਪਰਮੇਸ਼ਰ ਦੀ ਜਗਵੇਦੀ ਉੱਤੇ ਜੋ ਯਰੂਸ਼ਲਮ ਵਿੱਚ ਹੈ ਚੜਾ।
ਅਤੇ ਬਚੇ ਖੁਚੇ ਚਾਂਦੀ ਸੋਨੇ ਨਾਲ ਜੋ ਕੁਝ ਵੀ ਤੈਨੂੰ ਤੇਰੇ ਭਰਾਵਾਂ ਨੂੰ ਚੰਗਾ ਲੱਗੇ ਆਪਣੇ ਪਰਮੇਸ਼ਰ ਦੀ ਮਰਜ਼ੀ ਅਨੁਸਾਰ ਕਰ। ਅਤੇ ਜਿਹੜੇ ਭਾਂਡੇ ਤੈਨੂੰ ਪਰਮੇਸ਼ਰ ਦੇ ਭਵਨ ਦੀ ਉਪਾਸਨਾ ਦੇ ਲਈ ਸੌਂਪੇ ਜਾਂਦੇ ਹਨ ਉਹਨਾਂ ਨੂੰ ਯਰੂਸ਼ਲਮ ਦੇ ਪਰਮੇਸ਼ਰ ਦੇ ਸਨਮੁਖ ਦੇਵੀਂ। ਤੇ ਜੋ ਕੁਝ ਤੇਰੇ ਪਰਮੇਸ਼ਰ ਦੇ ਲਈ ਲੋੜੀਂਦਾ ਹੋਵੇ ਤੈਨੂੰ ਦੇਣਾ ਪਵੇ ਉਹ ਸ਼ਾਹੀ ਖਜ਼ਾਨੇ ਵਿੱਚੋਂ ਦੇਵੇਂ। ਮੈਂ ਅਰਤਹਸ਼ਸ਼ਤਾ ਪਾਤਸ਼ਾਹ ਆਪਣੇ ਦਰਿਆਵਾਂ ਪਾਰ ਦੇ ਸਾਥੀਆਂ ਸਾਰੇ ਖਜ਼ਾਨਚੀਆਂ ਨੂੰ ਆਗਿਆ ਦੇਣਾ ਕਿ ਜੋ ਕੁਝ ਅਜ਼ਰਾ ਜਾਜਕ ਸੁਰਗੀ ਪਰਮੇਸ਼ਰ ਦੀ ਵਿਵਸਥਾ ਦਾ ਗ੍ਰੰਥੀ ਤੋਂ ਚਾਹੇ ਉਹ ਝਟ ਕੀਤਾ ਜਾਵੇ। ਅਤੇ ਚਾਂਦੀ ਦੇ 150 ਮਣ ਤਾਈਂ ਅਤੇ ਕਣਕ ਦੇ 750 ਮਣ ਤਾਈਂ ਤੇ ਮੈਂ 75 ਮਣ ਤਾਈਂ ਤੇਲ ਦੇ 75 ਮਣ ਤਾਈਂ ਲੂਣ ਬੇਅੰਤ ਜੋ ਕੁਝ ਪਰਮੇਸ਼ਰ ਨੇ ਆਗਿਆ ਦਿੱਤੀ ਹੈ ਸੁਰਗੀ ਪਰਮੇਸ਼ਰ ਮੁਤਾਬਿਕ ਉਸ ਭਵਨ ਲਈ ਕੀਤਾ ਜਾਵੇ ਕਿ ਜੋ ਪਾਤਸ਼ਾਹ ਤੇ ਰਾਜਕੁਮਾਰਾਂ ਦੇ ਰਾਜੇ ਦੇ ਵਿਰੋਧ ਕਿਉਂ ਹੋਵੇ। ਤੇ ਅਸੀਂ ਤੁਹਾਨੂੰ ਚੇਤਾਵਨੀ ਹਾਂ ਕਿ ਜਾਜਕਾਂ ਤੇ ਲੇਵੀਆਂ ਤੇ ਗਵਾਈਆਂ ਤੇ ਦਰਬਾਨਾਂ ਤੇ ਨਥੀ ਨੀਮਾ ਤੇ ਪਰਮੇਸ਼ਰ ਦੇ ਇਸ ਭਵਨ ਦੇ ਟਹਿਲਿਆਂ ਵਿੱਚੋਂ ਕਿਸੇ ਉੱਤੇ ਕਰ ਚੁੰਗੀ ਮਾਮਲਾ ਲਾਉਣਾ ਉਚਿਤ ਨਹੀਂ ਹੋਏਗਾ। ਹੇ ਅਜ਼ਰਾ ਤੂੰ ਆਪਣੇ ਪਰਮੇਸ਼ਰ ਦੇ ਗਿਆਨ ਦੇ ਅਨੁਸਾਰ ਜੋ ਤੇਰੇ ਵਿੱਚ ਹੈ ਹਾਕਮਾਂ ਤੇ ਨਿਆਂਇਆਂ ਨੂੰ ਤਾਪੀ ਤਾਂ ਜੋ ਦਰਿਆਵਾਂ ਪਾਰ ਦੇ ਸਭਨਾਂ ਲੋਕਾਂ ਦਾ ਨਿਆਂ ਕਰਨ ਜਿਹੜੇ ਤੇਰੇ ਪਰਮੇਸ਼ਰ ਦੀ ਵਿਵਸਥਾ ਨੂੰ ਜਾਣਦੇ ਹਨ, ਜਿਹੜੇ ਨਾ ਜਾਣਦੇ ਹਨ ਤੁਸੀਂ ਉਹਨਾਂ ਨੂੰ ਸਿਖਾਓ। ਅਤੇ ਜੋ ਕੋਈ ਤੇਰੇ ਪਰਮੇਸ਼ਰ ਦੀ ਵਿਵਸਥਾ ਪਰਮੇਸ਼ਰ ਦੇ ਕਾਨੂੰਨ ਨੂੰ ਨਾ ਮੰਨੇ ਉਹਨੂੰ ਝਟਪਟ ਦੰਡ ਲਾਇਆ ਜਾਵੇ ਤੇ ਚਾਹੇ ਮੌਤ ਚਾਹੇ ਦੇਸ਼ ਨਿਕਾਲਾ ਜਾਂ ਮਾਲ ਦੀ ਜ਼ਬਤੀ ਜਾਂ ਕੈਦ। ਜੋ ਸਾਡੇ ਪਰਮੇਸ਼ਰ ਪਿਓ ਦਾਦਿਆਂ ਦਾ ਪਰਮੇਸ਼ਰ ਮੁਬਾਰਕ ਹੋਵੇ ਜਿਹਨੇ ਇਹੋ ਜਿਹੀ ਗੱਲ ਪਾਤਸ਼ਾਹ ਦੇ ਮਨ ਵਿੱਚ ਪਾਈ ਵੀ ਪਰਮੇਸ਼ਰ ਜੋ ਵਾਦੇ ਭਵਨ ਨੂੰ ਜੋ ਯਰੂਸ਼ਲਮ ਵਿੱਚ ਸਵਾਰਿਆ ਜਾਵੇ। ਤੇ ਪਾਤਸ਼ਾਹ ਤੇ ਉਹਦੇ ਮੰਤਰੀਆਂ ਦੇ ਸਨਮੁਖ ਪਾਤਸ਼ਾਹ ਦੇ ਸਾਰੇ ਬਲਵੰਤ ਸਰਦਾਰਾਂ ਦੇ ਅੱਗੇ ਮੇਰੇ ਉੱਤੇ ਦਇਆ ਦ੍ਰਿਸ਼ਟੀ ਕੀਤੀ ਹੈ। ਸੋ ਮੈਂ ਜੋ ਆਪਣੇ ਪਰਮੇਸ਼ਰ ਦੇ ਹੱਥੋਂ ਜੋ ਮੇਰੇ ਉੱਤੇ ਸੀ ਬਲ ਪਾਇਆ ਅਤੇ ਮੈਂ ਇਸਰਾਇਲ ਦੇ ਮੁਖੀਆਂ ਨੂੰ ਇਕੱਠਾ ਕੀਤਾ ਕਿ ਮੇਰੇ ਨਾਲ ਉਤਾਹ ਚੱਲਣ। ਅਜ਼ਰਾ ਦਾ ਸਾਥੀਆਂ ਨਾਲ ਯਰੂਸ਼ਲਮ ਵਿੱਚ ਪੜ੍ਹਨਾ ਚੈਪਟਰ 8। ਅਰਤਹਸ਼ਸ਼ਤਾ ਪਾਤਸ਼ਾਹ ਦੇ ਰਾਜ ਵਿੱਚ ਜੋ ਲੋਕ ਮੇਰੇ ਨਾਲ ਪਾਵਲ ਤੋਂ ਨਿਕਲੇ ਉਹਨਾਂ ਦੇ ਪਿਓ ਦਾਦੇ ਦੇ ਘਰਾਣੇ ਦੇ ਮੁਖੀ ਇਹ ਹਨ। ਇਹਨਾਂ ਦੀ ਕੁਲ ਪੱਤਰੀ ਫਿਨਾਸ ਦੇ ਪੁੱਤਰਾਂ ਵਿੱਚੋਂ ਗਿਰਸ਼ੋਮ, ਇਥਮਾਰ ਦੇ ਪੁੱਤਰਾਂ ਵਿੱਚੋਂ ਦਾਨੀਏਲ, ਦਾਊਦ ਦੇ ਪੁੱਤਰਾਂ ਵਿੱਚੋਂ ਹਟੂਸ਼, ਸ਼ਕਨਿਆ ਦੇ ਪੁੱਤਰਾਂ ਵਿੱਚੋਂ ਫਰੋਸ਼ ਦੇ ਪੁੱਤਰਾਂ ਵਿੱਚੋਂ ਜ਼ਕਰਿਆ ਤੇ ਉਹਦੇ ਨਾਲ 150 ਨਰ ਕੁਲ ਪੱਤਰੀ ਅਨੁਸਾਰ ਗਿਣੇ ਗਏ। ਪਹਿਤ ਮੋਆਬ ਦੇ ਪੁੱਤਰਾਂ ਵਿੱਚੋਂ ਜ਼ਕਰਿਆ ਦਾ ਪੁੱਤਰ ਅਲ ਯੋਏਨਈ ਤੇ ਉਹਦੇ ਨਾਲ 200 ਨਰ, ਸ਼ਕਨਿਆ ਦੇ ਪੁੱਤਰਾਂ ਵਿੱਚੋਂ ਜਹਜ਼ੀਏਲ ਦਾ ਪੁੱਤਰ ਤੇ ਉਹਦੇ ਨਾਲ 300 ਨਰ, ਅਦੀਨ ਦੇ ਪੁੱਤਰਾਂ ਵਿੱਚੋਂ ਯੋਨਾਥਾਨ ਦਾ ਪੁੱਤਰ ਅਬਦਰ ਉਸ ਦੇ ਨਾਲ 50 ਨਰ, ਏਲਾਮ ਦੇ ਪੁੱਤਰਾਂ ਵਿੱਚੋਂ ਅਥਲਿਆ ਦਾ ਪੁੱਤਰ ਜਸ਼ਆਯਦ ਤੇ ਉਹਦੇ ਨਾਲ 70 ਨਰ, ਸ਼ਫਟਿਆ ਦੇ ਪੁੱਤਰਾਂ ਵਿੱਚੋਂ ਤੇ ਮਿਕਾਲ ਦਾ ਪੁੱਤਰ ਜਬਦਿਆ ਤੇ ਉਹਦੇ ਨਾਲ 80 ਨਰ, ਜੋਆਬ ਦੇ ਪੁੱਤਰ ਵਿੱਚੋਂ ਯਹੀਏਲ ਦਾ ਪੁੱਤਰ ਓਬਦਿਆ ਅਤੇ ਉਹਦੇ ਨਾਲ 218 ਨਰ, ਸ਼ਲੋਮੀਤ ਦੇ ਪੁੱਤਰ ਵਿੱਚੋਂ ਯਸਫਿਆ ਦਾ ਪੁੱਤਰ ਤੇ ਉਹਦੇ ਨਾਲ 160 ਨਰ, ਬਿਆਈ ਦੇ ਪੁੱਤਰ ਵਿੱਚੋਂ ਬੇਬਾਈ ਦਾ ਪੁੱਤਰ ਜ਼ਕਰਿਆ ਔਰ ਉਹਦੇ ਨਾਲ 28 ਨਰ, ਅਸਗਾਦ ਦੇ ਪੁੱਤਰ ਵਿੱਚੋਂ ਹਕਾਟਾਨ ਦਾ ਪੁੱਤਰ ਯੋਹਨਾਨ ਅਤੇ ਉਹਦੇ ਨਾਲ 110 ਨਰ, ਅਦੋਮੀਕਾਮ ਦੇ ਸ਼ੇਕੜਲੇ ਪੁੱਤਰਾਂ ਵਿੱਚੋਂ ਜਿਨ੍ਹਾਂ ਦੇ ਨਾਮ ਇਹ ਹਨ ਅਲੀਫਲਟ ਅਤੇ ਯਹੀਏਲ ਅਤੇ ਸ਼ਮਅਯਾ ਅਤੇ ਉਹਨਾਂ ਦੇ ਨਾਲ 60 ਨਰ, ਬਿਗਵਈ ਦੇ ਪੁੱਤਰਾਂ ਵਿੱਚੋਂ ਉਬਈ ਉੱਥੇ ਹੀ ਜ਼ਬੂਤ ਉਹਨਾਂ ਦੇ ਨਾਲ 70 ਨਰ। ਮੈਂ ਉਹਨਾਂ ਨੂੰ ਉਸ ਨਦੀ ਦੇ ਕੋਲ ਜੋ ਆਹਵਦ ਵੱਲ ਵਗਦੀ ਇਕੱਠਾ ਕੀਤਾ ਤੇ ਉੱਥੇ ਅਸੀਂ 3 ਦਿਨ ਡੇਰੇ ਲਾ ਕੇ ਰਹੇ ਤੇ ਮੈਂ ਲੋਕਾਂ ਨੂੰ ਜਾਜਕਾਂ ਵਿੱਚ ਵੇਖਿਆ ਪਰ ਲੇਵੀਆਂ ਵਿੱਚ ਮੈਨੂੰ ਉੱਥੇ ਕੋਈ ਨਹੀਂ ਲੱਭਿਆ। ਤੇ ਮੈਂ ਅਲੀਅਜ਼ਰ, ਅਰੀਏਲ, ਸ਼ਮਅਯਾ, ਅਲ ਨਥਾਨ, ਯਰੀਥ, ਅਲ ਨਥਾਨ, ਜ਼ਕਰਿਆ, ਮਸੁਲਾਮ ਮੁਖੀਆਂ ਨੂੰ ਅਤੇ ਜੋਜਾਰੀਬ ਅਤੇ ਅਲ ਨਾਥਨ ਸਿਆਣਿਆਂ ਨੂੰ ਸੱਦ ਕੇ ਘੱਲਿਆ। ਤੇ ਮੈਂ ਉਹਨਾਂ ਨੂੰ ਇਦੋ ਮੁਖੀਏ ਕੋਲ ਕਾਸਿਫਾਇਆ ਨਾਮੀ ਇੱਕ ਥਾਂ ਨੂੰ ਘੱਲਿਆ। ਜੋ ਕੁਝ ਉਹਨਾਂ ਨੇ ਇਦੋ ਤੇ ਉਸਦੇ ਭਰਾਵਾਂ ਨਥੀਨੀਮੀਆਂ ਨੂੰ ਕਾਸਿਫਿਆ ਨਾਮੇ ਥਾਂ ਵਿੱਚ ਆਖਣਾ ਸੀ ਦੱਸ ਦਿੱਤਾ ਕਿ ਸਾਡੇ ਪਰਮੇਸ਼ਰ ਦੇ ਭਵਨ ਲਈ ਸੇਵਾਦਾਰਾਂ ਨੂੰ ਸਾਡੇ ਕੋਲ ਲਿਆਉਣ। ਸਾਡੇ ਪਰਮੇਸ਼ਰ ਦੀ ਭਲਾਈ ਦਾ ਹੱਥ ਸਾਡੇ ਉੱਤੇ ਸੀ, ਇਸ ਲਈ ਅਸੀਂ ਉਹ ਇੱਕ ਬੁੱਧਵਾਨ ਮਨੁੱਖ ਨੂੰ ਮਹੱਲੀ ਦੇ ਪੁੱਤਰਾਂ ਵਿੱਚੋਂ ਜੋ ਲੇਵੀ ਦਾ ਪੁੱਤਰ ਜੋ ਇਸਰਾਇਲ ਦਾ ਪੁੱਤਰ ਸੀ ਲਿਆਏ। ਨਾਲੇ ਸ਼ੇਰੇਬਿਆ ਨੂੰ ਉਸਦੇ ਪੁੱਤਰਾਂ ਤੇ ਭਰਾਵਾਂ ਸਣੇ 18 ਜਣਿਆਂ ਨੂੰ ਅਤੇ ਹਸ਼ਬੀਆ ਅਤੇ ਉਸਦੇ ਨਾਲ ਮਰਾਰੀਆਂ ਵਿੱਚੋਂ ਜਸਾਇਆ ਨੂੰ ਉਸਦੇ ਭਰਾਵਾਂ ਤੇ ਉਸਦੇ ਪੁੱਤਰਾਂ ਸਣੇ 20 ਜਣਿਆਂ ਨੂੰ ਤੇ ਨਥੀਨੀਮੀਆਂ ਵਿੱਚੋਂ ਜਿਨ੍ਹਾਂ ਨੂੰ ਦਾਊਦ ਦੇ ਸਰਦਾਰਾਂ ਨੇ ਲੇਵੀਆਂ ਦੀ ਸੇਵਾ ਦੇ ਲਈ ਥਾਪਿਆ ਸੀ 220 ਨਥੀਨੀਮੀਆਂ ਨੂੰ ਵੀ ਉਹਨਾਂ ਸਭਨਾਂ ਦੇ ਨਾਮ ਦੱਸੇ ਗਏ। ਤਦ ਮੈਂ ਉੱਥੇ ਅਹਵਾ ਨਦੀ ਤੇ ਵਰਤਾ ਹੋਕਾ ਦਵਾਇਆ ਤਾਂ ਜੋ ਅਸੀਂ ਆਪਣੇ ਪਰਮੇਸ਼ਰ ਦੇ ਸਨਮੁਖ ਅਧੀਨ ਹੋ ਕੇ ਆਪਣੇ ਲਈ ਤੇ ਆਪਣੇ ਨਿਆਣਿਆਂ ਲਈ ਆਪਣੇ ਸਾਰੇ ਮਾਲ ਦੇ ਲਈ ਤੇ ਉਸ ਤੋਂ ਸਿੱਧੀ ਰਾਹ ਮੰਗੀਏ ਕਿਉਂ ਜੋ ਮੈਂ ਲਾਜ ਦੇ ਮਾਰੇ ਪਾਤਸ਼ਾਹ ਤੋਂ ਸਿਪਾਹੀਆਂ ਦੇ ਜੱਥੇ ਅਤੇ ਸਵਾਰਨਾ ਮੰਗੇ ਵੀ ਰਾਹ ਵਿੱਚ ਵੈਰੀਆਂ ਦੇ ਵਿਰੁੱਧ ਸਾਡੀ ਸਹਾਇਤਾ ਕਰਨ। ਇਸ ਲਈ ਕਿ ਅਸੀਂ ਪਾਤਸ਼ਾਹ ਨੂੰ ਆਖਿਆ ਸੀ ਕਿ ਸਾਡੇ ਪਰਮੇਸ਼ਰ ਦਾ ਹੱਥ ਭਲਾਈ ਦੇ ਲਈ ਉਹਨਾਂ ਸਾਰਿਆਂ ਦੇ ਨਾਲ ਹੈ ਜੋ ਉਸ ਦੇ ਤਾਲਬਨ ਤੇ ਉਹ ਉਸ ਦਾ ਬਲ ਤੇ ਕ੍ਰੋਧ ਉਹਨਾਂ ਸਾਰਿਆਂ ਦੇ ਵਿਰੁੱਧ ਹੈ ਜੋ ਉਸ ਨੂੰ ਤਿਆਗ ਦਿੰਦੇ ਹਨ। ਸੋ ਅਸੀਂ ਵਰਤ ਰੱਖ ਕੇ ਇਸ ਗੱਲ ਦੇ ਲਈ ਪਰਮੇਸ਼ਰ ਦੀ ਤਰਲੇ ਕੀਤੀ ਤੇ ਉਸਨੇ ਸਾਡੀ ਸੁਣੀ। ਤਦ ਮੈਂ ਸਰਦਾਰ ਜਾਜਕਾਂ ਵਿੱਚੋਂ 12 ਨੂੰ ਅਰਥਾਤ ਸ਼ੇਰੇਬਿਆ,
ਅਸ਼ਬਿਆ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਭਰਾਵਾਂ ਵਿੱਚੋਂ 10 ਨੂੰ ਅੱਡ ਕੀਤਾ ਅਤੇ ਉਹਨਾਂ ਨੂੰ ਉਹ ਚਾਂਦੀ, ਸੋਨਾ ਤੇ ਭਾਂਡੇ ਅਰਥਾਤ ਉਹ ਭੇਟ ਜੋ ਸਾਡੇ ਪਰਮੇਸ਼ਰ ਦੇ ਭਵਨ ਦੇ ਲਈ ਪਾਤਸ਼ਾਹ ਦੇ ਉਹਦੇ ਮੰਤਰੀਆਂ ਤੇ ਉਹਦੇ ਸਰਦਾਰਾਂ ਤੇ ਸਾਰੇ ਇਸਰਾਇਲ ਨੇ ਜੋ ਉੱਥੇ ਹਾਜ਼ਰ ਸਨ ਅਰਪਣ ਕੀਤੀ ਸੀ, ਮੈਂ ਡੋਲ ਦਿੱਤੀ ਤੇ ਮੈਂ ਉਹਨਾਂ ਦੇ ਹੱਥ ਵਿੱਚ ਜੋ 975 ਮਣ ਚਾਂਦੀ, 150 ਮਣ ਸੋਨਾ ਤੇ ਚਾਂਦੀ 1.5 ਤੋਲ ਦਿੱਤਾ ਤੇ ਸੋਨੇ ਦੇ 20 ਕਟੋਰਦਾਨ 2000 ਦਾਰਕਾਂ ਦੇ ਸਨ ਅਤੇ ਚੋਖੇ ਚਮਕਦੇ ਪਿੱਤਲ ਦੇ 2 ਭਾਂਡੇ ਸੋਨੇ ਵਾਂਗੂ ਮਹਿੰਗ ਮੁੱਲੇ। ਅਤੇ ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਯਹੋਵਾ ਲਈ ਪਵਿੱਤਰ ਹੋਵੋ, ਇਹ ਭਾਂਡੇ ਵੀ ਪਵਿੱਤਰ ਹਨ, ਇਹ ਚਾਂਦੀ ਤੇ ਸੋਨਾ ਤੁਹਾਡੇ ਪਿਓ ਦਾਦਿਆਂ ਤੇ ਪਰਮੇਸ਼ਰ ਤੇ ਖੁਸ਼ੀ ਦਾ ਚੜਾਵਾ ਹੈ। ਚੌਕਸ ਰਹੋ ਜਦ ਤਾਂ ਯਰੂਸ਼ਲਮ ਵਿੱਚ ਜਾਜਕਾਂ ਤੇ ਲੇਵੀਆਂ ਦੇ ਸਰਦਾਰਾਂ ਦੇ, ਇਸਰਾਇਲ ਦੇ ਪਿੱਤਰਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਾਹਮਣੇ ਯਹੋਵਾ ਦੇ ਭਵਨ ਦੀਆਂ ਕੋਠੜੀਆਂ ਵਿੱਚ ਉਹਨਾਂ ਨੂੰ ਨਾ ਤੋਲਦੇ, ਉਹਨਾਂ ਦੀ ਰਾਖੀ ਕਰਿਓ। ਸੋ ਜਾਜਕਾਂ ਤੇ ਲੇਵੀਆਂ ਨੇ ਸੋਨੇ ਤੇ ਚਾਂਦੀ ਦੇ ਭਾਂਡਿਆਂ ਨੂੰ ਤੋਲ ਕੇ ਲੈ ਲਿਆ ਬਈ ਉਹਨਾਂ ਨੂੰ ਯਰੂਸ਼ਲਮ ਵਿੱਚ ਸਾਡੇ ਪਰਮੇਸ਼ਰ ਦੇ ਭਵਨ ਵਿੱਚ ਪਹੁੰਚਾਉਣ। ਫਿਰ ਅਸੀਂ ਪਹਿਲੇ ਮਹੀਨੇ ਦੇ 12ਵੇਂ ਦਿਨ ਯਰੂਸ਼ਲਮ ਜਾਣ ਲਈ ਅਹਵਾ ਦੀ ਨਦੀਆਂ ਕੂਚ ਕੀਤਾ ਤੇ ਸਾਡੇ ਪਰਮੇਸ਼ਰ ਹੱਥ ਸਾਡੇ ਉੱਤੇ ਸੀ ਤੇ ਉਸਨੇ ਸਾਨੂੰ ਵੈਰੀਆਂ ਦੇ ਰਾਹ ਵਿੱਚ ਘਾਤ ਲਾਉਣ ਵਾਲੇ ਦੇ ਹੱਥੋਂ ਬਚਾਇਆ ਤੇ ਯਰੂਸ਼ਲਮ ਵਿੱਚ ਅੱਪੜ ਕੇ 3 ਦਿਨ ਤਾਈਂ ਅਸੀਂ ਉੱਥੇ ਟਿਕੇ ਰਹੇ ਤੇ ਚੌਥੇ ਦਿਨ ਚਾਂਦੀ, ਸੋਨਾ, ਭਾਂਡੇ ਸਾਰੇ ਪਰਮੇਸ਼ਰ ਦੇ ਭਵਨ ਵਿੱਚ ਤੋਲ ਕੇ ਊਰੀਆ ਦੇ ਪੁੱਤਰ ਮਰੇਮੋਤ ਦੇ ਹੱਥ ਵਿੱਚ ਦਿੱਤੇ ਗਏ ਤੇ ਉਸ ਦੇ ਨਾਲ ਫਿਨਹਾਸ ਦਾ ਪੁੱਤਰ ਅਲਾਜ਼ਾਰ ਸੀ ਤੇ ਉਹਨਾਂ ਦੇ ਨਾਲ ਇਸ ਲੇਵੀ ਸਨ, ਯਸ਼ੂਆ ਦਾ ਪੁੱਤਰ ਜੋਜ਼ਾਬਾਦ ਔਰ ਬਿਨੂਈ ਦਾ ਪੁੱਤਰ ਨੋਦੀਆ। ਸਭਨਾ ਵਸਤੂਆਂ ਨੂੰ ਗਿਣ ਕੇ ਤੋਲ ਦਾ ਪੂਰਾ ਤੋਲ ਉਸ ਵੇਲੇ ਲਿਖ ਲਿਆ ਗਿਆ ਤੇ ਅਸੀਰ ਤੋਂ ਮੁੜਿਆ ਹੋਇਆ ਲੋਕਾਂ ਨੇ ਇਸਰਾਇਲ ਦੇ ਪਰਮੇਸ਼ਰ ਲਈ ਹੋਮ ਬਲੀਆਂ ਚੜਾਈਆਂ ਤੇ ਇਸਰਾਇਲ ਦੇ ਲਈ 12 ਵੜ ਕੇ 96 ਛਤਰੇ ਤੇ 77 ਲੇਲੇ ਤੇ ਪਾਪ ਬਲੀ ਦੇ ਲਈ 12 ਬੱਕਰੇ, ਇਹ ਸਭ ਪਰਮੇਸ਼ਰ ਦੇ ਲਈ ਹੋਮ ਬਲੀ ਸੀ। ਤਦ ਉਹਨਾਂ ਨੇ ਪਾਤਸ਼ਾਹ ਦੀ ਆਗਿਆ ਨੂੰ ਪਾਤਸ਼ਾਹ ਦੇ ਦਰਿਆਵਾਂ ਪਾਰ ਤੇ ਲਾਟਾਂ ਤੇ ਹਾਕਮਾਂ ਨੂੰ ਦੇ ਦਿੱਤਾ ਤੇ ਉਹਨਾਂ ਨੇ ਲੋਕਾਂ ਨੂੰ ਪਰਮੇਸ਼ਰ ਦੇ ਭਵਨ ਨੂੰ ਸਹਾਰਾ ਦਿੱਤਾ। ਉਹਨਾਂ ਹੀ ਲੋਕਾਂ ਨੇ ਮੁਆਫੀ ਲਈ ਬੇਨਤੀ ਚੈਪਟਰ 9। ਅਤੇ ਜਦ ਸਭ ਕੁਝ ਹੋ ਚੁੱਕਿਆ ਤਾਂ ਸਰਦਾਰਾਂ ਨੇ ਮੇਰੇ ਕੋਲ ਆਣ ਕੇ ਆਖਿਆ ਕਿ ਇਸਰਾਇਲ ਦੀ ਪਰਜਾ ਜਾਜਕ ਤੇ ਲੇਵੀ ਦੇਸਾਂ ਦੀਆਂ ਉਮਤਾਂ ਤੋਂ ਅੱਡ ਨਹੀਂ ਰਹੇ, ਪਰ ਕਨਾਨੀਆਂ, ਹਿੱਤੀਆਂ, ਫਰਿੱਜੀਆਂ, ਜਬੂਸੀਆਂ, ਅਮੋਨੀਆਂ, ਮੋਆਬੀਆਂ, ਮਿਸਰੀਆਂ, ਅਮੋਰੀਆਂ ਤੇ ਘਿਨੌਣੇ ਕੰਮਾਂ ਦੇ ਅਨੁਸਾਰ ਕਰਦੇ ਸਨ, ਕਿਉਂਕਿ ਉਹਨਾਂ ਨੇ ਉਹਨਾਂ ਦੀਆਂ ਧੀਆਂ ਆਪਣੇ ਪੁੱਤਰਾਂ ਲਈ ਵਿਆਹੀਆਂ ਤੇ ਪਵਿੱਤਰ ਅੰਸ਼ ਦੇਸ਼ਾਂ ਦੀਆਂ ਉਮਤਾਂ ਵਿੱਚ ਰਲ ਮਿਲ ਗਈ। ਇਸ ਬੇਈਮਾਨੀ ਵਿੱਚ ਸਰਦਾਰਾਂ ਹਾਕਮਾਂ ਦਾ ਹੱਥ ਸਾਡੇ ਅੱਗੇ ਹੈ। ਤੇ ਜਦ ਮੈਂ ਇਹ ਗੱਲ ਸੁਣੀ ਤੇ ਮੈਂ ਆਪਣੇ ਬਸਤਰ ਤੇ ਆਪਣੀ ਚਾਦਰ ਪਾੜ ਛੱਡੀ ਤੇ ਸਿਰ ਤੇ ਦਾੜੀ ਦੇ ਵਾਲ ਵੀ ਪੁੱਟ ਸੁੱਟੇ ਔਰ ਨਿੰਮੋ ਝੋਣਾ ਹੋ ਕੇ ਬੈਠ ਗਿਆ। ਅਤੇ ਉਹ ਸਾਰੇ ਜਿਹੜੇ ਇਸਰਾਇਲ ਦੇ ਪਰਮੇਸ਼ਰ ਦੀਆਂ ਗੱਲਾਂ ਤੋਂ ਕੰਬਦੇ ਸਨ, ਉਹਨਾਂ ਸਿਰਾਂ ਦੀ ਬੇਈਮਾਨੀ ਦੇ ਕਾਰਨ ਮੇਰੇ ਕੋਲ ਇਕੱਠੇ ਹੋ ਗਏ ਅਤੇ ਮੈਂ ਸਾਂਝ ਦੀ ਬਲੀ ਤੇ ਚੜਾਉਣ ਤੇ ਇੱਕ ਨਿੰਮੋ ਝੋਣਾ ਬੈਠਾ ਰਿਹਾ। ਸਾਂਝ ਦੀ ਬਲੀ ਚੜਾਉਣ ਦੇ ਵੇਲੇ ਮੈਂ ਵਰਤ ਉੱਠਿਆ ਅਤੇ ਆਪਣੇ ਬਸਤਰ ਤੇ ਆਪਣੀ ਚਾਦਰ ਪਾੜ ਕੇ ਆਪਣੇ ਗੋਡਿਆਂ ਉੱਤੇ ਥੁੱਕਿਆ ਅਤੇ ਯਹੋਵਾ ਆਪਣੇ ਪਰਮੇਸ਼ਰ ਦੇ ਅੱਗੇ ਆਪਣੇ ਹੱਥ ਅੱਡੇ ਤਾਂ ਮੈਂ ਆਖਿਆ, ਹੈ ਮੇਰੇ ਪਰਮੇਸ਼ਰ, ਮੈਂ ਸ਼ਰਮਿੰਦਾ ਤੇ ਮੇਰਾ ਆਪਣਾ ਮੂੰਹ ਤੇਰੇ ਵੱਲ ਚੁੱਕਣ ਤੋਂ ਮੇਰੇ ਪਰਮੇਸ਼ਰਾ ਮੈਂ ਲੱਜਾਵਾਨਾ, ਕਿਉਂ ਜੋ ਸਾਡੇ ਅਪਰਾਧ ਸਾਡੇ ਸਿਰ ਦੇ ਉੱਪਰ ਤੋਂ ਵੀ ਵੱਧ ਗਏ ਹਨ। ਸਾਡੇ ਬਦਕਾਰੀਆਂ ਕਾਸ਼ਤਿਕ ਪੁੱਜ ਗਈਆਂ ਆਪਣੇ ਪਿਓ ਦਾਦਿਆਂ ਦੇ ਦਿਨਾਂ ਤੋਂ ਅੱਜ ਦੇ ਦਿਨ ਤੱਕ ਅਸੀਂ ਵੱਡੀ ਬਦਕਾਰੀ ਵਿੱਚ ਰਹੇ। ਆਪਣੇ ਅਪਰਾਧਾਂ ਦੇ ਕਾਰਨ ਅਸੀਂ ਤੇ ਸਾਡੇ ਪਾਤਸ਼ਾਹ ਤੇ ਸਾਡੇ ਜਾਜਕ ਇਹਨਾਂ ਦੇਸ਼ਾਂ ਦੇ ਪਾਤਸ਼ਾਹ ਦੇ ਹੱਥ ਵਿੱਚ ਤਲਵਾਰ ਲਈ, ਅਸੀਰੀ ਲਈ, ਲੁੱਟਣ ਲਈ ਤੇ ਸ਼ਰਮ ਨਾਲ ਮੂੰਹ ਦੀ ਝੁਲਸ ਲਈ ਹਵਾਲੇ ਕੀਤੇ ਗਏ ਤੇ ਅੱਜ ਦੇ ਦਿਨ ਹੁਣ ਥੋੜੇ ਚਿਰ ਤੋਂ ਯਹੋਵਾ ਸਾਡੇ ਕਰੀਏ ਤੇ ਉਹਨਾਂ ਦੇ ਵਰਾਨਿਆਂ ਦੀ ਮੁਰੰਮਤ ਕਰੀਏ ਤੇ ਉਹ ਸਾਨੂੰ ਯਹੂਦਾ ਕਬਜ਼ੇ ਵਿੱਚ ਲੈਣ ਜਾਂਦੇ ਹੋ। ਦੇਸ਼ ਦੀਆਂ ਉਮਤਾਂ ਦੇ ਘਰਾਣਿਆਂ ਕੰਮਾਂ ਤੋਂ ਇੱਕ ਨਾਪਾਕ ਧਰਤੀ ਹੈ, ਉਸ ਨੂੰ ਤੁਸੀਂ ਇਸ ਸਿਰੇ ਤੋਂ ਦੂਸਰੇ ਸਿਰੇ ਤੱਕ ਭ੍ਰਸ਼ਟ ਕਰਕੇ ਭਰ ਛੱਡਿਆ। ਹੁਣ ਤੁਸੀਂ ਆਪਣੇ ਧੀਆਂ ਉਹਨਾਂ ਦੇ ਪੁੱਤਰਾਂ ਲਈ ਤੇ ਉਹਨਾਂ ਦੇ ਧੀਆਂ ਆਪਣੇ ਪੁੱਤਰਾਂ ਲਈ ਤੀਵੀਆਂ ਬਣਾਉਣ ਨੂੰ ਨਾ ਲਿਓ, ਨਾ ਹੀ ਸਦਾ ਲਈ ਉਹਨਾਂ ਦੀ ਸਲਾਮਤੀ ਤੇ ਵਾਧਾ ਭਾਲਤਾ। ਤੁਸੀਂ ਤਕੜੇ ਰਹੋ ਤੇ ਧਰਤੀ ਦੇ ਪਦਾਰਥ ਖਾਓ, ਆਪਣੀ ਅੰਸ਼ ਦੀ ਮਿਰਾਸ ਲਈ ਉਹਨੂੰ ਛੱਡ ਦਿਓ ਤੇ ਇਹਨਾਂ ਆਫਤਾਂ ਦੇ ਪਿੱਛੋਂ ਜਿਹੜੀਆਂ ਸਾਡੇ ਬੁਰੇ ਕੰਮਾਂ ਤੇ ਸਾਡੇ ਵੱਡੇ ਦੋਸ਼ਾਂ ਦੇ ਕਾਰਨ ਸਾਡੇ ਤੇ ਆਈਆਂ ਹਨ, ਸਾਡੇ ਜੋ ਪਰਮੇਸ਼ਰ ਨੇ ਤੈਂ ਸਾਡੇ ਪਾਪਾਂ ਤੋਂ ਸਾਨੂੰ ਥੋੜੀ ਸਜ਼ਾ ਦਿੱਤੀ, ਸਗੋਂ ਅਜਿਹਾ ਛੁਟਕਾਰਾ ਸਾਨੂੰ ਦਿੱਤਾ ਕਿ ਅਸੀਂ ਤੇਰੇ ਹੁਕਮਾਂ ਨੂੰ ਫੇਰ ਤੋੜੀਏ, ਇਹਨਾਂ ਘਿਨੌਣੇ ਕੰਮ ਕਰਨ ਵਾਲਿਆਂ ਉਮਤਾਂ ਨਾਲ ਸਾਕ ਰਿਸ਼ਤੇ ਕਰੀਏ ਕਿ ਤੇਰਾ ਕ੍ਰੋਧ ਸਾਡੇ ਤੇ ਸਾਡੇ ਤੇ ਨਾ ਭੜਕੂਗਾ ਅਤੇ ਸਾਡਾ ਫਿਰ ਕੱਖ ਵੀ ਨਾ ਰਹੇ। ਤੇਰਾ ਜਦੋਂ ਕ੍ਰੋਧ ਸਾਡੇ ਤੇ ਭੜਕੇਗਾ ਕਿ ਸਾਡਾ ਕੱਖ ਵੀ ਨਾ ਰਹੇ, ਨਾ ਕੋਈ ਬਕੀਆ, ਨਾ ਕੋਈ ਛੁਟਕਾਰਾ। ਇਹ ਯਹੋਵਾ ਇਸਰਾਇਲ ਦੇ ਪਰਮੇਸ਼ਰ ਤੂੰ ਧਰਮਾਤਮਾ ਹੈ, ਅਸੀਂ ਅੱਜ ਤੱਕ ਛੁਡਾਏ ਹੋਏ ਰਹਿੰਦੇ ਹਾਂ। ਵੇਖ, ਅਸੀਂ ਆਪਣੇ ਦੋਸ਼ਾਂ ਵਿੱਚ ਤੇਰੇ ਸਨਮੁਖ ਹਾਂ, ਕਿਉਂਕਿ ਕੌਣ ਹੈ ਜੋ ਇਹਨਾਂ ਦੇ ਕਾਰਨ ਤੇਰੇ ਹਜ਼ੂਰ ਖੜਾ ਰਹਿ ਸਕੇ। ਉਜਾਤ ਜਨਾਨੀਆਂ ਤਾਂ ਤਜਰਾ ਨੇ ਪ੍ਰਾਰਥਨਾ ਕੀਤੀ ਤੇ ਰੋਕ ਕੇ ਪਰਮੇਸ਼ਰ ਦੇ ਭਵਨ ਦੇ ਅੱਗੇ ਡਿੱਗ ਕੇ ਇਕਰਾਰ ਕੀਤਾ ਤੇ ਇਸਰਾਇਲ ਵਿੱਚ ਇੱਕ ਬਹੁਤ ਵੱਡੀ ਸਭਾ ਮਨੁੱਖਾਂ, ਔਰਤਾਂ ਤੇ ਬਾਲਾਂ ਦੀ ਉਹਦੇ ਕੋਲ ਇਕੱਠੀ ਹੋ ਗਈ ਕਿ ਜੋ ਪਰਜਾ ਧਾਹਾਂ ਮਾਰ ਰੋਂਦੀ ਸੀ। ਤਾਂ ਏਲਾਮ ਦੇ ਪੁੱਤਰਾਂ ਵਿੱਚ
ਯਹੀਏਲ ਦੇ ਪੁੱਤਰ ਸ਼ਕਨਿਆ ਦੇ ਉੱਤਰ ਦਿੱਤਾ ਤੇ ਇਸਰਾਏਲ ਨੂੰ ਆਖਿਆ ਕਿ ਅਸੀਂ ਆਪਣੇ ਪਰਮੇਸ਼ਰ ਨਾਲ ਬੇਈਮਾਨੀ ਕੀਤੀ ਕਿ ਦੇਸੀ ਔਮਤਾਂ ਵਿੱਚ ਕੁਝ ਔਰਤਾਂ ਘਰੇ ਆਪਣੇ ਬਿਠਾ ਲਈਆਂ ਹਨ ਅਤੇ ਅਜੇ ਇਸ ਉੱਤੇ ਇਸਰਾਏਲ ਲਈ ਇੱਕ ਉਮੀਦ ਹੈ ਕਿ ਅਸੀਂ ਆਪਣੇ ਪਰਮੇਸ਼ਰ ਨਾਲ ਇੱਕ ਨੇਮ ਬਣੀਏ ਕਿ ਸਾਰੀਆਂ ਕੁਜਾਤ ਔਰਤਾਂ ਇਹਨਾਂ ਦੇ ਬਾਲ ਤੇ ਇਹਨਾਂ ਦੇ ਪ੍ਰਭੂਆਂ ਦੀ ਜੋ ਵੀ ਉਹਨਾਂ ਦੀ ਸਲਾਹ ਨਾਲ ਜਿਹੜੇ ਪਰਮੇਸ਼ਰ ਦੇ ਸਾਡੇ ਪਰਮੇਸ਼ਰ ਦੇ ਹੁਕਮ ਤੋਂ ਕੰਬਦੇ ਹਨ ਕੱਢ ਦਈਏ। ਇਹ ਵਿਵਸਥਾ ਦੇ ਅਨੁਸਾਰ ਕਹੀਏ ਉੱਠ ਜਾ ਕਿ ਉੱਠ ਕਿਉਂ ਜੋ ਇਹ ਗੱਲ ਤੇਰੇ ਉੱਤੇ ਹੈ ਕਿ ਅਸੀਂ ਤੇਰੇ ਨਾਲ। ਸੋ ਤਕੜਾ ਹੋ ਕੇ ਕੰਮ ਕਰਦਾ ਅਜ਼ਰਾ ਉੱਠਿਆ ਤੇ ਸਰਦਾਰਾਂ ਜਾਜਕਾਂ ਲੇਵੀਆਂ ਤੇ ਸਾਰੇ ਇਸਰਾਏਲ ਨੂੰ ਸਹੁੰ ਦਿੱਤੀ ਕਿ ਅਸੀਂ ਇਸ ਸਹੁੰ ਦੇ ਅਨੁਸਾਰ ਇਹੀ ਕੰਮ ਕਰਾਂਗੇ। ਤੇ ਉਹਨਾਂ ਨੇ ਸਹੁੰ ਖਾਧੀ ਕਿ ਇਹ ਅਜ਼ਰਾ ਪਰਮੇਸ਼ਰ ਦੇ ਭਵਨ ਦੇ ਅੱਗੇ ਉੱਠਿਆ ਤਾਂ ਇਸ ਅਲ ਸਾਹਿਬ ਦੇ ਪੁੱਤਰ ਯੋਹਨਾਨ ਦੀ ਕੋਠੜੀ ਵਿੱਚ ਗਿਆ ਤੇ ਉੱਥੇ ਜਾ ਕੇ ਨਾ ਰੋਟੀ ਖਾਧੀ ਨਾ ਪਾਣੀ ਪੀਤਾ ਕਿਉਂਕਿ ਉਹ ਅਸੀਰਾਂ ਦੀ ਬੇਈਮਾਨੀ ਦੇ ਕਾਰਨ ਰੋਂਦਾ ਰਿਹਾ। ਤਾਂ ਉਹਨੇ ਯਹੂਦਾ ਦੇ ਯਰੂਸ਼ਲਮ ਵਿੱਚ ਅਸੀਰੀ ਦੇ ਸਾਰੇ ਲੋਕਾਂ ਲਈ ਡੋਂਡੀ ਪਿਟਾਈ ਤੇ ਯਰੂਸ਼ਲਮ ਵਿੱਚ ਇਕੱਠੇ ਹੋ ਜਾਣ। ਸਰਦਾਰਾਂ ਤੇ ਬਜ਼ੁਰਗਾਂ ਦੀ ਸਲਾਹ ਅਨੁਸਾਰ ਕੋਈ 3 ਦਿਨਾਂ ਵਿੱਚ ਨਾ ਆਵੇ ਤੇ ਸਾਰਾ ਲਕਾ ਤੁਕਾ ਜ਼ਬਤ ਕੀਤਾ ਜਾਵੇ ਤਾਂ ਉਸ ਸਿਰਾਂ ਦੀ ਸਭਾ ਤੋਂ ਛਿੱਕਿਆ ਜਾਵੇ। ਤਾਂ ਯਹੂਦਾ ਔਰ ਬਿਨਯਾਮੀਨ ਦੇ ਸਾਰੇ ਮਨੁੱਖ 3 ਦਿਨਾਂ ਵਿੱਚ ਯਰੂਸ਼ਲਮ ਵਿੱਚ ਇਕੱਠੇ ਹੋਏ। 9ਵੇਂ ਮਹੀਨੇ ਦੀ 20ਵੀਂ ਤਰੀਕ ਸੀ ਅਤੇ ਸਾਰੀ ਪ੍ਰਜਾ ਪਰਮੇਸ਼ਰ ਦੇ ਭਵਨ ਦੇ ਵਿਹੜੇ ਵਿੱਚ ਬੈਠੇ ਤੇ ਇਸ ਗੱਲ ਦੇ ਉੱਤੇ ਮੀਂਹ ਦੀ ਵਾਛੜ ਦੇ ਕਾਰਨ ਕੰਬਦੇ ਸਨ। ਤਾਂ ਅਜ਼ਰਾ ਜਾਜ਼ਕ ਉੱਠਿਆ ਤੇ ਉਹਨਾਂ ਨੂੰ ਆਖਿਆ ਕਿ ਤੁਸੀਂ ਬੇਈਮਾਨੀ ਕੀਤੀ ਤੇ ਕੁਜਾਤ ਔਰਤਾਂ ਨੂੰ ਘਰੇ ਬਿਠਾ ਲਿਆ ਕਿਉਂ ਜੋ ਇਸਰਾਏਲ ਦੇ ਦੋਸ਼ ਨੂੰ ਵਧਾਇਆ। ਹੁਣ ਤੁਸੀਂ ਜੋ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਰ ਦੇ ਅੱਗੇ ਇਕਰਾਰ ਕਰੋ ਤੇ ਉਹਦਾ ਭਾਣਾ ਵਰਤੇ ਅਤੇ ਦੇਸ਼ ਦੀਆਂ ਉਮਤਾਂ ਤੋਂ ਕੁਜਾਤ ਔਰਤਾਂ ਤੋਂ ਅਲੱਗ ਹੋਵੋ। ਅਤੇ ਸਾਰੀ ਸਭਾ ਨੇ ਉੱਤਰ ਦਿੱਤਾ ਤੇ ਵੱਡੀ ਆਵਾਜ਼ ਨਾਲ ਆਖਿਆ ਇਵੇਂ ਹੀ ਸਹੀ, ਜਿਵੇਂ ਸਾਡੇ ਕਰਨ ਲਈ ਤੁਸੀਂ ਠਹਿਰਾਇਆ ਸੀ ਉਹੀ ਗੱਲ ਕਰਾਂਗੇ। ਪ੍ਰਜਾ ਫਿਰ ਢੇਰ ਸਾਰੀ ਵੱਡੀ ਵਾਛੜ ਦਾ ਮੌਸਮ ਹੈ ਤੇ ਅਸੀਂ ਬਾਹਰ ਨਹੀਂ ਖਲੋ ਸਕਦੇ। ਇਹ ਤਾਂ ਨਾ 1 ਦਿਨ ਦਾ ਨਾ 2 ਦਿਨਾਂ ਦਾ ਕੰਮ ਹੈ ਕਿਉਂਕਿ ਅਸੀਂ ਇਸ ਗੱਲ ਦੇ ਵਿੱਚ ਡਰੇ ਅਪਰਾਧ ਕੀਤਾ ਹੈ। ਹੁਣ ਸਾਰੀ ਸਭਾ ਦੇ ਸਰਦਾਰ ਖਲੋ ਜਾਣ ਤੇ ਸਾਰੇ ਜਿਹੜੇ ਸਾਡੇ ਸ਼ਹਿਰਾਂ ਵਿੱਚ ਕੁਜਾਤ ਔਰਤਾਂ ਨੂੰ ਘਰੇ ਬਿਠਾਏ ਬੈਠੇ ਹਨ ਉਹ ਹੁਣ ਠਹਿਰਾਏ ਸਮੇਂ ਉੱਤੇ ਆਉਣ ਤੇ ਉਹਨਾਂ ਦੇ ਨਾਲ ਹਰ ਸ਼ਹਿਰ ਦੇ ਬਜ਼ੁਰਗ ਹਰ ਨਿਆਈ ਹੋਣ ਔਰ ਜਿੰਨਾ ਚਿਰ ਤੀਕ ਸਾਡੇ ਪਰਮੇਸ਼ਰ ਵੱਡਾ ਕਰੋ ਜੋ ਇਸ ਗੱਲ ਦੇ ਕਾਰਨ ਸਾਡੇ ਤੋਂ ਮੁੜ ਨਾ ਜਾਏ। ਅਸੀਂ ਕੇਵਲ ਅਸਾਹੇਲ ਦਾ ਪੁੱਤਰ ਯੋਨਾਥਾਨ ਔਰ ਤਿਕਵਾ ਦਾ ਪੁੱਤਰ ਅਹਜਿਆ ਤੇ ਵਿਰੁੱਧ ਉੱਠ ਖਲੋਤੇ ਦੇ ਮਸ਼ੁਲਾਮ ਤੋਂ ਸ਼ਬਤਈ ਲੇਵੀਆਂ ਨੇ ਉਹਨਾਂ ਦੀ ਸਹਾਇਤਾ ਕੀਤੀ। ਤਾਂ ਅਸੀਰੀ ਤੇ ਲੋਕਾਂ ਨੇ ਵੀ ਕੀਤਾ ਤੇ ਅਜ਼ਰਾ ਜਾਜਕ ਔਰ ਕਈ ਪਿਤਰਾਂ ਤੇ ਘਰਾਣੇ ਦੇ ਮੁਖੀ ਉਹਨਾਂ ਦੇ ਪਿਤਰਾਂ ਦੇ ਘਰਾਣੇ ਦੇ ਅਨੁਸਾਰ ਸਾਰੇ ਹੀ ਨਾਮਾਂ ਪ੍ਰਤੀ ਅੱਡ ਹੋਏ ਤੇ ਇਸ ਗੱਲ ਦੀ ਵੇਖ ਪੜ ਲਈ। 10ਵੇਂ ਮਹੀਨੇ ਦੀ 1 ਤਰੀਕ ਨੂੰ ਬੈਠ ਗਿਆ। ਸਾਰੇ ਮਨੁੱਖਾਂ ਦਾ ਜਿਨ੍ਹਾਂ ਦੇ ਘਰੇ ਕੁਜਾਤ ਔਰਤਾਂ ਬੈਠੇ ਸਨ ਫੈਸਲਾ ਉਹਨਾਂ ਨੇ ਪਹਿਲੇ ਮਹੀਨੇ ਦੀ 1 ਤਰੀਕ ਨੂੰ ਮੁਕਾ ਦਿੱਤਾ ਤੇ ਜਾਜਕਾਂ ਦੇ ਪੁੱਤਰਾਂ ਜਿਨ੍ਹਾਂ ਦੇ ਕੁਜਾਤ ਜਨਾਨੀਆਂ ਬੈਠੇ ਸਨ ਇਹ ਪਾਏ ਗਏ ਅਰਥਾਤ ਯੋਸਾਦਾਕ ਦੇ ਪੁੱਤਰ ਯੇਸ਼ੂਆ ਦੇ ਪੁੱਤਰਾਂ ਵਿੱਚੋਂ ਤੇ ਉਸਦੇ ਭਰਾ ਮਇਸਿਆ ਤੇ ਅਲੀਅਜ਼ਰ ਤੇ ਜਰੀਬ ਅਤੇ ਗਦਲਿਆ ਤੇ ਉਹਨਾਂ ਨੇ ਆਪਣੀਆਂ ਔਰਤਾਂ ਨੂੰ ਕੱਢ ਦੇਣ ਦਾ ਬਚਨ ਦਿੱਤਾ ਤੇ ਦੋਸ਼ੀ ਹੋਣ ਦੇ ਕਾਰਨ ਉਹਨਾਂ ਨੇ ਇੱਜ਼ਤ ਦਾ ਇੱਕ 76 ਦੋਸ਼ ਦੀ ਬਲੀ ਲਈ ਠਹਿਰਾਇਆ ਤੇ ਇਮੇਰ ਦੇ ਪੁੱਤਰਾਂ ਵਿੱਚੋਂ ਹਨਾਨੀ ਤੇ ਜਬਦਿਆ ਅਤੇ ਹਰੀਮ ਦੇ ਪੁੱਤਰਾਂ ਵਿੱਚੋਂ ਮਇਸ਼ਿਆ ਅਤੇ ਏਲੀਆ ਤੇ ਸ਼ਮਇਆ ਤੇ ਯਹੀਏਲ ਤੇ ਉਜੀਆ ਅਤੇ ਪਸ਼ੂਰ ਦੇ ਪੁੱਤਰਾਂ ਵਿੱਚੋਂ ਅਲ ਯੋਨੇਈ ਮਇਸ਼ਿਆ ਇਸਮਾਇਲ ਨਥਨੇਲ ਜੋਜ਼ਾਬਾਦ ਅਤੇ ਅਲਾਜ਼ਾਰ ਤੇ ਲੇਵੀ ਵਿੱਚੋਂ ਜੋਜ਼ਾਬਾਦ ਤੇ ਸ਼ਮਈ ਕੇਲਾਇਆ ਜੋ ਕਲੀਟਾ ਵੀ ਹੈ ਪਥਰਿਆ ਯਹੂਦਾ ਤੇ ਅਲੀਅਜ਼ਰ ਅਤੇ ਗਵਈਆਂ ਵਿੱਚੋਂ ਅਲਿਆਸ਼ੀਬ ਦਰਬਾਨਾ ਵਿੱਚੋਂ ਸ਼ੁਲਮ ਅਤੇ ਟਲਮ ਅਤੇ ਉਰੀ ਤੇ ਇਸਰਾਏਲ ਵਿੱਚੋਂ ਪਰੋਸ਼ ਦੇ ਪੁੱਤਰਾਂ ਵਿੱਚੋਂ ਰਮਾਇਆ ਜੀਜ਼ਾ ਮਲਕੀਆ ਅਤੇ ਮਾਇਆ ਮੀਆਮੀਨ ਤੇ ਅਲਾਜ਼ਾਰ ਤੇ ਮਲਕੀਆ ਅਤੇ ਬਨਾਇਆ ਇਲਮ ਦੇ ਪੁੱਤਰਾਂ ਵਿੱਚੋਂ ਮਤਨਿਆ ਜ਼ਕਰਿਆ ਯਹੀਏਲ ਤੇ ਅਬਦੀ ਤੇ ਯਰੇਮੋਤ ਤੇ ਏਲੀਆ ਤੇ ਜ਼ਤੂ ਦੇ ਪੁੱਤਰਾਂ ਵਿੱਚੋਂ ਅਲ ਯੋਏਨਈ ਅਲ ਯਸੀਬ ਮਤਨਿਆ ਅਤੇ ਯਰੇਮੋਤ ਤੇ ਜ਼ਬਾਦ ਤੇ ਅਜ਼ੀਜ਼ਾ ਤੇ ਬੋਥਈ ਦੇ ਪੁੱਤਰਾਂ ਵਿੱਚੋਂ ਯਹੋਹਨਾਨ ਹਨਾਨਿਆ ਜ਼ਬਈ ਅਥਲਈ ਤੇ ਬਾਨੀ ਦੇ ਪੁੱਤਰਾਂ ਵਿੱਚੋਂ ਮਸ਼ੁਲਾਮ ਮਲੂਕ ਅਤੇ ਅਦਾਇਆ ਯਸ਼ੂਬ ਅਤੇ ਸ਼ਾਲ ਅਤੇ ਰਮੋਤ ਅਤੇ ਬਹਿਤ ਮੋਆਬ ਦੇ ਪੁੱਤਰਾਂ ਵਿੱਚੋਂ ਅਦਨਾ ਤੇ ਕਲਾਲ ਬਨਾਇਆ ਮਹਸਿਆ ਮਤਨਿਆ ਬਸਲੇਲ ਤੇ ਬਿਨੂਈ ਤੇ ਮਨਸ਼ੇ ਹਰੀਮ ਦੇ ਪੁੱਤਰਾਂ ਵਿੱਚੋਂ ਅਲੀਅਜ਼ਰ ਜਿਸ਼ਿਆ ਮਲਕੀਆ ਸ਼ਮਇਆ ਸ਼ਿਮੋਨ ਬਿਨਯਾਮੀਨ ਮਲੂਕ ਸ਼ਮਰਿਆ ਹਸ਼ਮ ਦੇ ਪੁੱਤਰਾਂ ਵਿੱਚੋਂ ਮਤਨਈ ਮਤਤਿਆ ਜ਼ਬਾਦ ਅਲੀ ਫਲਟ ਜ਼ਰੇਮਈ ਮਨਸ਼ੇ ਸ਼ਿਮਈ ਬਾਨੀ ਦੇ ਪੁੱਤਰਾਂ ਵਿੱਚੋਂ ਮਦਈ ਅਮਰਾਮ ਤੇ ਉਏਲ ਬਨਾਇਆ ਬੇਦਿਆ ਕਲੂਹੀ ਵਨਿਆ ਮਰੇਮੋਤ ਅਲੀਅਸ਼ੀਬ ਮਤਨਿਆ ਮਤਨਈ ਅਤੇ ਯਸ਼ਈ ਅਤੇ ਬਾਨੀ ਤੇ ਬਿਨੂਈ ਸ਼ਿਮਈ ਤੇ ਸ਼ਲਮਿਆ ਦੇ ਨਥਾਨ ਤੇ ਯਦਾਇਆ ਮਕੰਦਬਈ ਸ਼ਾਸ਼ੇ ਸ਼ਾਰੇ
ਅਜ਼ਰੇਲ ਅਤੇ ਸ਼ਲਮਿਆ, ਸ਼ਮਿਆ ਸ਼ਲੂਮ, ਅਮਰਿਆ ਯੂਸਫ। ਨਬੋ ਦੇ ਪੁੱਤਰਾਂ ਵਿੱਚੋਂ ਯਯੇਲ, ਮਤ ਯਥਾ, ਮਤਥਿਆ, ਜ਼ਬਾਦ, ਜ਼ਬੀਨਾ, ਜ਼ਦਈ ਤੇ ਜੋਏਲ। ਬਨਾਇਆ ਇਹ ਸਭ ਕੁਜਾਤ ਔਰਤਾਂ ਦੇ ਘਰੀਂ ਬਿਠਾਏ ਹੋਏ ਸਨ ਤੇ ਉਹਨਾਂ ਵਿੱਚੋਂ ਕਈ ਉਹ ਤੀਵੀਆਂ ਵੀ ਸਨ ਜਿਨ੍ਹਾਂ ਦੇ ਬੱਚੇ ਸਨ। ਆਮੀਨ।